ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 8 ਦਸੰਬਰ ਹੈ, ਦਿਨ ਵੀਰਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 23 ਮੱਘਰ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਦਿੱਲੀ ਐਮਸੀਡੀ ਚੋਣਾਂ ਦੇ ਨਤੀਜੇ ਆਉਣ ਤੋਂ ਦੂਸਰੇ ਦਿਨ ਅੱਜ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣ ਨਤੀਜੇ ਆਉਣਗੇ, ਯਾਨੀ ਕਿ ਅੱਜ ਪਤਾ ਲੱਗ ਜੂਗਾ ਕਿ ਗੁਜਰਾਤ ਅਤੇ ਹਿਮਾਚਲ ਦੇ ਵਿੱਚ ਨਵੀਂ ਸਰਕਾਰ ਕਿਸ ਦੀ ਬਣੇਗੀ। ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦੋਵਾਂ ਸੂਬਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀ ਤੇ ਹੋਰ ਅਮਲਾ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਮਨੀ ਚੋਣਾਂ ਦੇ ਲਈ ਪਈਆਂ ਵੋਟਾਂ ਦੀ ਗਿਣਤੀ ਵੀ ਅੱਜ ਹੋਵੇਗੀ। ਪਿਛਲੇ ਦਿਨੀ 5 ਸੂਬਿਆਂ ਦੇ 6 ਵਿਧਾਨ ਸਭਾ ਹਲਕਿਆਂ ਤੇ ਮੈਨਪੁਰੀ ਲੋਕ ਸਭਾ ਹਲਕੇ ਦੇ ਵਿੱਚ ਜ਼ਿਮਨੀ ਚੋਣਾਂ ਦੇ ਲਈ ਵੋਟਾਂ ਪਈਆਂ ਸਨ। ਗੁਜਰਾਤ ਚੋਣ ਨਤੀਜਿਆਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੰਚਾਰਜਾਂ ਨੇ ਮੁੜ ਗੁਜਰਾਤ ਦੇ ਵਿੱਚ ਜਾ ਕੇ ਡੇਰੇ ਲਾ ਲਏ ਨੇ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੇ ਇਹ ਸਾਰੇ ਗੁਜਰਾਤ ਪਹੁੰਚੇ ਨੇ ਤਾਂ ਕਿ ਨਤੀਜਿਆਂ ਵਕਤ ਉੱਥੇ ਰਹਿ ਕੇ ਵਰਕਰਾਂ ਦੀ ਹੌਸਲਾ ਅਫਜ਼ਾਈ ਕਰ ਸਕਣ। ਇਸ ਦੇ ਨਾਲ ਪਾਰਟੀ ਨੂੰ ਕਾਫੀ ਉਮੀਦ ਵੀ ਹੈ ਕਿ ਗੁਜਰਾਤ ਦੇ ਵਿੱਚ ਐਤਕੀ ਚੋਣਾਂ ਦੇ ਨਤੀਜੇ ਕੁਝ ਬਦਲਵੇਂ ਹੋਣਗੇ। ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਇਹ ਦਾਅਵਾ ਕੀਤਾ ਹੈ ਕਿ ਗੁਜਰਾਤ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਤੇ ਕਬਜ਼ਾ ਕਰ ਲਿਆ। 250 ਵਾਰਡਾਂ ਵਿੱਚੋਂ 134 ਵਿੱਚ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਬੀਜੇਪੀ ਨੇ ਵੀ 104 ਸੀਟਾਂ ਜਿੱਤ ਲਈਆਂ ਨੇ। 15 ਸਾਲਾਂ ਬਾਅਦ ਬੀਜੇਪੀ ਤੋਂ ਨਗਰ ਨਿਗਮ ਖੁੱਸ ਗਿਆ ਹੈ। ਜਿੱਤਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਹਿਯੋਗ ਤੇ ਅਸ਼ੀਰਵਾਦ ਮੰਗਿਆ। ਪੰਜਾਬ ਦੇ ਵਿੱਚ ਵਿਆਹ ਸਮਾਗਮਾਂ ਦੇ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ, ਕਿਉਂਕਿ ਪੰਜਾਬ ਸਰਕਾਰ ਨੇ ਮੈਰਿਜ ਪੈਲਸਾਂ ਦੇ ਮੂਹਰੇ ਨਾਕੇ ਲਾਉਣ ਦੇ ਹੁਕਮ ਦੇ ਦਿੱਤੇ ਨੇ। ਡੀਜੀਪੀ ਹਰ ਹਫ਼ਤੇ ਸਰਕਾਰ ਨੂੰ ਰਿਪੋਰਟ ਸੌਂਪਣਗੇ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਗਾਇਕਾਂ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਕੱਲ ਮਾਨਸਾ ਦੇ ਵਿੱਚ ਪੁਲਿਸ ਨੇ ਪੁੱਛ ਪੜਤਾਲ ਕੀਤੀ। ਦੋਵੇਂ ਗਾਇਕ ਦੁਪਹਿਰੇ ਮਾਨਸਾ ਦੇ ਸੀਆਈਏ ਥਾਣੇ ਵਿੱਚ ਪੇਸ਼ ਹੋਏ। ਹਾਲਾਂਕਿ ਪੁਲਿਸ ਨੇ ਜਾਣਕਾਰੀ ਨਹੀਂ ਦਿੱਤੀ ਹੈ ਕਿ ਦੋਵਾਂ ਗਾਇਕਾਂ ਤੋਂ ਕੀ ਪੁੱਛਿਆ ਗਿਆ। ਦੋਵਾਂ ਤੋਂ ਵੱਖੋ ਵੱਖਰੇ ਸਮੇਂ ਪੁੱਛ ਪੜਤਾਲ ਹੋਈ ਹੈ। ਲੋੜ ਪੈਣ ਤੇ ਮੁੜ ਇਹਨਾਂ ਨੂੰ ਤਲਬ ਕੀਤਾ ਜਾ ਸਕਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਹਾਰ ਦੀ ਸਰਕਾਰ ਤੇ ਬਿਹਾਰ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਹਾਲਾਤ ਵਿਗੜਦੇ ਨੇ ਤਾਂ ਸਰਕਾਰ ਜ਼ਿੰਮੇਦਾਰ ਹੋਵੇਗੀ। ਸਰਕਾਰ ਹਾਲਾਤਾਂ ਨੂੰ ਕਾਬੂ ਦੇ ਵਿੱਚ ਕਰ ਲਵੇ। ਜਿਹੜੇ ਗੜਬੜੀ ਕਰਨ ਵਾਲੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਸਰਕਾਰ ਵਰਜ ਲਵੇ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਵੀਰਵਾਲ ਦਿਵਸ ਦੀ ਥਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸੇ ਮੁੱਦੇ ਤੇ ਪ੍ਰਧਾਨ ਧਾਮੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਸੰਜੀਦਾ ਮਸਲੇ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਕਿਹਾ ਹੈ। ਪ੍ਰਧਾਨ ਨੇ ਦੋਸ਼ ਲਾਇਆ ਕਿ ਲਾਲਪੁਰਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪਿਛਲੇ ਸਾਲਾਂ ਦੇ ਵਿੱਚ ਕੋਈ ਵੀ ਵਿਦਿਅਕ ਅਦਾਰਾ ਨਹੀਂ ਖੋਲ੍ਹਿਆ ਗਿਆ, ਜਦਕਿ ਐਸਜੀਪੀਸੀ ਦੇ ਵੱਲੋਂ ਮਹਾਨ ਸ਼ਹੀਦਾਂ ਦੇ ਨਾਂ ਤੇ ਸਤਿਕਾਰ ਵਜੋਂ ਕਈ ਵਿਦਿਅਕ ਅਦਾਰੇ ਚਲਾਏ ਜਾ ਰਹੇ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਲੀਡਰਾਂ ਦੀ ਕੱਲ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਲਗਭਗ ਬੇਸਿੱਟਾ ਰਹੀ ਹੈ। ਇਸੇ ਕਰਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। 1 ਮਹੀਨੇ ਲਈ ਟੋਲ ਪਲਾਜ਼ੇ ਵੀ ਫ੍ਰੀ ਹੋਣਗੇ। ਇਸ ਦੇ ਨਾਲ ਹੀ ਮੰਤਰੀਆਂ ਤੇ ਵਿਧਾਇਕਾਂ ਦੇ ਘਰ ਵੀ ਘੇਰੇ ਜਾਣਗੇ। ਪੰਚਾਇਤ ਮੰਤਰੀ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ 31 ਕਰੋੜ 70 ਲੱਖ ਰੁਪਏ ਦੇ ਦਿੱਤੇ ਨੇ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਹੁਣ ਤੱਕ 634 ਕਿਸਾਨਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇ ਹਿਸਾਬ ਨਾਲ 31 ਕਰੋੜ 70 ਲੱਖ ਦੇ ਚੁੱਕੀ ਹੈ। ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਪੰਮੀ ਦੀ ਨਿਸ਼ਾਨਦੇਹੀ ਤੇ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ 'ਚੋਂ ਹਥਿਆਰ ਬਰਾਮਦ ਕੀਤੇ ਨੇ। ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ 2 ਮਹੀਨੇ ਦੀ ਦੇਰੀ ਦੇ ਨਾਲ ਹੋਣਗੀਆਂ। ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਇਹ ਜਾਣਕਾਰੀ ਦਿੱਤੀ ਹੈ। ਕੈਬਨਿਟ ਮੰਤਰੀ ਨੇ ਵਾਰਡਬੰਦੀ ਦੇ ਚੱਲ ਰਹੇ ਕੰਮ ਨੂੰ ਦੇਰੀ ਦਾ ਕਾਰਨ ਦੱਸਿਆ ਹੈ ਤੇ ਕਈ ਨਿਗਮਾਂ ਦਾ ਕਾਰਜਕਾਲ ਮਾਰਚ ਤੱਕ ਹੈ। ਮੁਕੇਰੀਆਂ ਪੁਲਿਸ ਨੇ ਨਫ਼ਰਤੀ ਭਾਸ਼ਣ ਅਤੇ ਸਿੱਖ ਲੀਡਰ ਅੰਮ੍ਰਿਤਪਾਲ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਸ਼ਿਵ ਸੈਨਾ ਬਾਲ ਠਾਕਰੇ ਏਕਨਾਥ ਸ਼ਿੰਦੇ ਦੇ ਪੰਜਾਬ ਇੰਚਾਰਜ ਕਮਲਦੀਪ ਬੰਟੀ ਯੋਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ। 2 ਥਾਣਿਆਂ ਦੀ ਪੁਲਿਸ ਨੂੰ ਇਹ ਸ਼ਿਵ ਸੈਨਾ ਲੀਡਰ ਲੋੜੀਂਦਾ ਸੀ। ਦਸੂਹਾ ਪੁਲਿਸ ਨੇ ਯੋਗੀ ਦੇ ਪ੍ਰੋਡਕਸ਼ਨ ਵਾਰੰਟ ਦੀ ਵੀ ਤਿਆਰੀ ਵਿੱਢ ਲਈ ਹੈ। ਇਸ ਦੀ ਗ੍ਰਿਫਤਾਰੀ ਦੇ ਲਈ ਪਿਛਲੇ ਕਈ ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਸੀ। ਕੱਲ ਗ੍ਰਿਫਤਾਰ ਕਰਕੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਪਲਾਟ ਅਲਾਟਮੈਂਟ ਮਾਮਲੇ ਦੇ ਵਿੱਚ ਫਸੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਸਰਾਭਾ ਨਗਰ ਸਥਿਤ ਘਰ ਤੇ ਕੱਲ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ।
ਮੋਹਾਲੀ ਤੋਂ ਪਹੁੰਚੀ ਟੀਮ ਨੇ ਲੁਧਿਆਣੇ ਦੀ ਟੀਮ ਨਾਲ ਮਿਲ ਕੇ ਸਾਬਕਾ ਚੇਅਰਮੈਨ ਦੇ ਘਰੇ 2 ਘੰਟਿਆਂ ਤੱਕ ਚੈਕਿੰਗ ਕੀਤੀ। ਇਸ ਦੌਰਾਨ ਸਾਬਕਾ ਚੇਅਰਮੈਨ ਘਰੇ ਮੌਜੂਦ ਨਹੀਂ ਸਨ। ਜਾਂਚ ਟੀਮ ਦੇ ਵੱਲੋਂ ਕੁਝ ਦਸਤਾਵੇਜ਼ ਆਪਣੇ ਕਬਜ਼ੇ ਦੇ ਵਿੱਚ ਲਏ ਗਏ ਨੇ ਅਤੇ ਟੀਮ ਦੇ ਵੱਲੋਂ ਸਾਰੇ ਘਰ ਦੀ ਪੈਮਾਇਸ਼ ਵੀ ਕਰਵਾਈ ਗਈ ਤੇ ਕੋਠੀ ਦਾ ਸਰਵੇ ਵੀ ਕੀਤਾ। ਉਧਰ ਵਿਜੀਲੈਂਸ ਦੀ ਟੀਮ ਨੇ ਮਾਰਕਫੈਡ ਦੇ MRM ਕੰਪਲੈਕਸ ਰਾਜਪੁਰਾ ਦੇ ਵਿੱਚ ਕਣਕ ਦੇ ਭੰਡਾਰ ਦੇ ਵਿੱਚ ਕਥਿਤ ਘੁਟਾਲੇ ਦੇ ਦੋਸ਼ੀ ਸੀਨੀਅਰ ਬ੍ਰਾਂਚ ਅਧਿਕਾਰੀ ਰਾਜਵੀਰ ਸਿੰਘ ਬੈਂਸ ਨੂੰ ਗ੍ਰਿਫਤਾਰ ਕੀਤਾ। ਡੇਰਾਬੱਸੀ ਹਲਕੇ ਤੋਂ ਖਬਰ ਹੈ, ਜਿੱਥੇ ਰਾਮਗੜ੍ਹ ਸੜਕ ਤੇ ਪੰਚਕੂਲਾ ਦੇ ਨਾਲ ਲੱਗਦੇ ਪਿੰਡ ਕਕਰਾਲੀ ਤੋਂ ਭੇਤ ਭਰੀ ਹਾਲਤ ਦੇ ਵਿੱਚ 4 ਸਕੂਲੀ ਬੱਚੇ ਲਾਪਤਾ ਹੋ ਗਏ ਨੇ। ਇਹ ਚਾਰੇ ਦੋਸਤ ਨੇ, ਜਿਨ੍ਹਾਂ ਵਿੱਚੋਂ 3 ਬੱਚੇ ਪਿੰਡ ਕਕਰਾਲੀ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਚੌਥੀ ਜਮਾਤ 'ਚ ਪੜ੍ਹਦੇ ਨੇ, ਜਦਕਿ ਇੱਕ 14 ਸਾਲਾਂ ਦਾ ਬੱਚਾ ਵਿਸ਼ਾਲ ਪੜ੍ਹਾਈ ਨਹੀਂ ਕਰਦਾ। ਕੱਲ ਤਿੰਨਾਂ ਨੂੰ ਦੁਪਹਿਰੇ 3 ਵਜੇ ਸਕੂਲੋਂ ਛੁੱਟੀ ਹੋਈ ਸੀ। ਇਹਨਾਂ ਵਿੱਚੋਂ 2 ਬੱਚੇ ਆਪਣੇ ਘਰੇ ਬੈਗ ਰੱਖਣ ਗਏ ਤੇ ਮੁੜ ਤੋਂ ਸਕੂਲ ਵਿੱਚ ਖੇਡਣ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲ ਗਏ। ਤੀਜਾ ਬੱਚਾ ਆਪਣੇ ਘਰ ਹੀ ਨਹੀਂ ਗਿਆ। ਪੁਲਿਸ ਨੇ ਜਾਂਚ ਕਰਨ ਤੇ ਪਿੰਡ ਵਿੱਚ ਲੱਗੇ CCTV ਫੁਟੇਜ ਨੂੰ ਖੰਗਾਲਿਆ ਹੈ, ਜਿਸ ਦੇ ਵਿੱਚ ਇਹ ਚਾਰੇ ਬੱਚੇ ਪਿੰਡ ਸਨੌਲੀ ਵੱਲ ਇਕੱਠੇ ਜਾਂਦੇ ਦਿਖਾਈ ਦੇ ਰਹੇ ਨੇ। ਇਹਨਾਂ ਦੇ ਵਿੱਚੋਂ ਇੱਕ ਬੱਚੇ ਨੇ ਆਪਣਾ ਸਕੂਲ ਬੈਗ ਵੀ ਮੋਢੇ ਤੇ ਟੰਗਿਆ ਹੋਇਆ ਹੈ। ਪਿੰਡ ਸਨੌਲੀ ਦੇ ਇੱਕ ਹੋਰ CCTV ਕੈਮਰੇ ਦੇ ਵਿੱਚ ਕੁਝ ਦੇਰ ਬਾਅਦ ਬੱਚੇ ਮੁੜ ਤੋਂ ਮੁਬਾਰਕਪੁਰ ਵੱਲ ਆਉਂਦੇ ਦਿਖਾਈ ਦਿੰਦੇ ਨੇ, ਜਿਸ ਤੋਂ ਬਾਅਦ ਇਹਨਾਂ ਦਾ ਕੋਈ ਥੌ ਪਤਾ ਨਹੀਂ ਲੱਗਿਆ। ਬੱਚਿਆਂ ਦੀ ਉਮਰ 2 ਦੀ 9 ਸਾਲ ਹੈ, ਇੱਕ 10 ਸਾਲ ਦਾ ਤੇ ਇੱਕ 14 ਸਾਲ ਦਾ ਹੈ। ਲਾਪਤਾ ਹੋਏ ਬੱਚੇ ਸਤਵੀਰ ਸਿੰਘ ਦਾ ਪਿਤਾ ਖੇਤੀਬਾੜੀ ਕਰਦਾ ਹੈ, ਜਦਕਿ ਬਾਕੀ 3 ਬੱਚੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਨੇ। 4 ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਪਿੰਡ ਕਕਰਾਲੀ ਵਾਸੀਆਂ ਦਾ ਡਰ ਦੇ ਵਿੱਚ ਬੁਰਾ ਹਾਲ ਹੈ। ਸਾਰੇ ਲੋਕ ਇਹਨਾਂ ਬੱਚਿਆਂ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਨੇ ਤੇ ਪੁਲਿਸ ਭਾਲ ਕਰ ਰਹੀ ਹੈ। ਇੱਕ ਹੋਰ ਉਦਾਸ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਪਿੰਡ ਨਡਾਲਾ, ਭੁਲੱਥ ਦਾ ਪਿੰਡ ਨਡਾਲਾ, ਇਥੋਂ ਦੇ ਇੱਕ ਨੌਜਵਾਨ ਦੀ ਯੂਰਪ ਜਾਂਦੇ ਸਮੇਂ ਰਾਹ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਵਿਦੇਸ਼ ਦੀ ਧਰਤੀ ਤੇ ਜਾ ਕੇ ਜੋ ਰੋਜ਼ੀ ਰੋਟੀ ਕਮਾਉਣ ਦੇ ਸੁਪਨੇ ਸੀ ਨੌਜਵਾਨ ਦੇ ਅਤੇ ਪਿੱਛੇ ਪਰਿਵਾਰ ਦੇ, ਉਹ ਸਾਰੇ ਧਰੇ ਧਰਾਏ ਰਹਿ ਗਏ ਨੇ। ਗੁਰਵਿੰਦਰਜੀਤ ਸਿੰਘ ਦੀ ਉਮਰ 43 ਸਾਲ ਦੀ ਸੀ। ਦੋਸਤਾਂ ਦੇ ਨਾਲ ਯੂਰਪ ਜਾ ਰਿਹਾ ਸੀ। 28 ਨਵੰਬਰ ਨੂੰ ਇਹ ਸਰਬੀਆ ਪਹੁੰਚੇ ਸਨ ਤੇ ਫਿਰ ਨੌਜਵਾਨਾਂ ਨੇ ਇਸ ਨਾਲ ਦੇ ਜਿਹੜੇ ਦੋਸਤ ਨੇ ਉਹਨਾਂ ਨੇ ਘਰਦਿਆਂ ਨੂੰ ਫੋਨ ਕਰਕੇ ਦੱਸਿਆ ਕਿ ਗੁਰਵਿੰਦਰ ਨੂੰ ਦਿਲ ਦਾ ਦੌਰਾ ਪਿਆ, ਹਸਪਤਾਲ ਵਿੱਚ ਦਾਖਲ ਕਰਵਾਇਆ ਹੋਇਆ ਹੈ, ਹਾਲਤ ਗੰਭੀਰ ਹੈ। ਤੇ ਹੁਣ ਖਬਰ ਆ ਗਈ ਹੈ ਕਿ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਵਿੱਚੋਂ ਬੱਚਾ ਚੋਰੀ ਕਰਨ ਵਾਲੀਆਂ ਮਾਵਾਂ ਧੀਆਂ ਗ੍ਰਿਫਤਾਰ ਕਰ ਲਈਆਂ ਨੇ। ਬੱਚਾ ਵੀ ਪਿੰਡ ਮਲੂਕਾ ਦੇ ਵਿੱਚੋਂ ਬਰਾਮਦ ਕਰ ਲਿਆ ਗਿਆ ਤੇ ਦੋਵੇਂ ਔਰਤਾਂ ਵੀ ਗ੍ਰਿਫਤਾਰ ਕਰ ਲਈਆਂ ਗਈਆਂ ਨੇ। ਇਹ ਪਿੰਡ ਕੋਠਾ ਗੁਰੂ ਦੀਆਂ ਰਹਿਣ ਵਾਲੀਆਂ ਨੇ ਤੇ ਲੰਘੇ ਦਿਨੀ ਹਸਪਤਾਲ ਦੇ ਵਿੱਚੋਂ ਨਵਜਨਮਿਆ ਬੱਚਾ ਚੁੱਕ ਕੇ ਫਰਾਰ ਹੋ ਗਈਆਂ ਸੀ। ਨਰਸ ਬਣ ਕੇ ਆਈਆਂ ਸੀ। ਪਤਾ ਲੱਗਿਆ ਕਿ ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਔਰਤ ਦੇ ਬੱਚੇ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ, ਜਿਸ ਕਰਕੇ ਇਹਨਾਂ ਨੇ ਬੱਚਾ ਚੋਰੀ ਕਰਨ ਦਾ ਪਲਾਨ ਬਣਾਇਆ। ਨਕੋਦਰ ਤੋਂ ਖਬਰ ਹੈ, ਜਿੱਥੇ ਫਿਰੌਤੀ ਨਾ ਦੇਣ ਤੇ ਕੱਪੜਿਆਂ ਦੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸਥਾਨਕ ਰਾਇਲ ਟਾਵਰ ਦੇ ਵਿੱਚ ਟਿਮੀ ਚਾਵਲਾ ਸਿਟੀ ਸਟਾਈਲ ਦੇ ਮਾਲਕ ਟਿਮੀ ਚਾਵਲਾ ਦੀ ਰਾਤ ਨੂੰ ਕਰੀਬ 8:30 ਵਜੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਉਸ ਵੇਲੇ ਗੋਲੀਆਂ ਚਲਾਈਆਂ ਜਦੋਂ ਟਿਮੀ ਆਪਣੀ ਦੁਕਾਨ ਬੰਦ ਕਰਕੇ ਘਰੇ ਜਾਣ ਲਈ ਬਰੇਜ਼ਾ ਗੱਡੀ ਦੇ ਵਿੱਚ ਬੈਠਾ ਸੀ। ਪਤਾ ਲੱਗਿਆ ਕਿ ਟਿਮੀ ਚਾਵਲਾ ਨੂੰ 30 ਲੱਖ ਦੀ ਫਿਰੌਤੀ ਦੇ ਲਈ ਨਵੰਬਰ ਮਹੀਨੇ ਧਮਕੀ ਮਿਲੀ ਸੀ। ਉਸਨੇ ਪੁਲਿਸ ਨੂੰ ਸੂਚਨਾ ਵੀ ਦੇ ਦਿੱਤੀ ਸੀ। ਪੁਲਿਸ ਨੇ 2 ਗਨਮੈਨ ਵੀ ਦਿੱਤੇ ਸਨ। ਘਟਨਾ ਵੇਲੇ ਟਿਮੀ ਚਾਵਲਾ ਦੀ ਰੱਖਿਆ ਵਾਸਤੇ ਇੱਕ ਗਨਮੈਨ ਮੌਜੂਦ ਸੀ, ਪਰ ਹਮਲਾਵਰਾਂ ਦੀਆਂ ਗੋਲੀਆਂ ਦੇ ਨਾਲ ਗਨਮੈਨ ਵੀ ਜ਼ਖਮੀ ਹੋ ਗਿਆ। ਲੁਧਿਆਣਾ ਦੇ ਗੁਰੂਸਰ ਸੁਧਾਰ ਤੋਂ ਖਬਰ ਹੈ, ਜਿੱਥੇ ਵਿਆਹ ਬਹਾਨੇ ਸੱਦ ਕੇ ਪ੍ਰੇਮਿਕਾ ਨੂੰ ਕਤਲ ਹੀ ਕਰ ਦਿੱਤਾ ਪ੍ਰੇਮੀ ਨੇ। ਘੋੜਿਆਂ ਦੇ ਫਾਰਮ ਦੇ ਵਿੱਚੋਂ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। 4 ਜਣੇ ਗ੍ਰਿਫਤਾਰ ਵੀ ਕਰ ਲਏ ਨੇ। ਮ੍ਰਿਤਕਾ ਦੀ ਪਛਾਣ ਜਸਪਿੰਦਰ ਕੌਰ ਪਿੰਡ ਰਸੂਲਪੁਰ ਵਾਸੀ ਵਜੋਂ ਹੋਈ ਹੈ। ਉਮਰ ਸਿਰਫ 24 ਸਾਲ ਦੀ ਸੀ। ਪਿਛਲੇ 2 ਹਫ਼ਤਿਆਂ ਤੋਂ ਗਾਇਬ ਸੀ। ਪੁਲਿਸ ਨੇ ਦੱਸਿਆ ਕਿ 24 ਨਵੰਬਰ ਨੂੰ ਮ੍ਰਿਤਕ ਜਸਪਿੰਦਰ ਕੌਰ ਪਰਮਪ੍ਰੀਤ ਸਿੰਘ ਤੇ ਏਕਮਪ੍ਰੀਤ ਨੂੰ ਅਖਾੜੇ ਦੇ ਪੁਲ ਤੇ ਮਿਲੀ ਸੀ। ਉਹ ਆਪਣੇ ਦੂਰ ਦੇ ਰਿਸ਼ਤੇਦਾਰ ਅਤੇ ਪ੍ਰੇਮੀ ਪਰਮਪ੍ਰੀਤ ਸਿੰਘ ਨੂੰ ਵਿਆਹ ਕਰਾਉਣ ਲਈ ਜ਼ੋਰ ਪਾਉਂਦੀ ਸੀ, ਪਰ ਉਹ ਟਾਲਾ ਵੱਟਦਾ ਰਿਹਾ। ਇਹ ਦੋਵੇਂ ਉਸ ਨੂੰ ਕਾਰ 'ਚ ਬਿਠਾ ਕੇ ਦਦੌਰ ਵੱਲ ਲੈ ਗਏ, ਜਿੱਥੇ ਗਲਾ ਘੁੱਟ ਕੇ ਪਹਿਲਾਂ ਇਸ ਦਾ ਕਤਲ ਕਰ ਦਿੱਤਾ। ਪੁਲਿਸ ਨਾਕੇ ਤੋਂ ਬਚਦੇ ਹੋਏ ਇਹਨਾਂ ਨੇ ਲਾਸ਼ ਨੂੰ ਨਾਰੰਗਵਾਲ ਪੁਲ ਦੇ ਨੇੜੇ ਅਬੋਰ ਬ੍ਰਾਂਚ ਨਹਿਰ ਦੇ ਵਿੱਚ ਸੁੱਟ ਦਿੱਤਾ। ਪਾਣੀ ਘੱਟ ਹੋਣ ਕਰਕੇ ਅਗਲੀ ਰਾਤ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਫਾਰਮ ਤੇ ਲੈ ਗਏ। ਸਾੜਨ ਦੀ ਕੋਸ਼ਿਸ਼ ਕੀਤੀ, ਪਰ ਅੱਧ ਸੜੀ ਲਾਸ਼ ਨੂੰ ਇੱਕ ਵੱਡਾ ਟੋਆ ਪੁੱਟ ਕੇ ਦੱਬ ਦਿੱਤਾ। ਦੱਬਣ ਵੇਲੇ ਇਹਨਾਂ ਨੇ ਲਾਸ਼ ਤੇ ਲੂਣ ਵੀ ਪਾਇਆ। ਜਸਪਿੰਦਰ ਜਦੋਂ ਘਰੇ ਨਾ ਮੁੜੀ ਤਾਂ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫੋਨ ਕਾਲਾਂ ਦੀ ਪੜਤਾਲ ਕੀਤੀ ਤਾਂ ਪੁਲਿਸ ਮੁੱਖ ਮੁਲਜ਼ਮ ਪਰਮਪ੍ਰੀਤ ਤੱਕ ਪਹੁੰਚੀ। ਜਾਂਚ ਵਿੱਚ ਇਸ ਸਾਰੀ ਜਿਹੜੀ ਕਤਲ ਦੀ ਵਾਰਦਾਤ ਹੈ ਉਹ ਸਾਹਮਣੇ ਆਈ ਹੈ। ਪੁਲਿਸ ਨੇ ਦੋਵੇਂ ਜਣਿਆਂ ਨੂੰ ਗ੍ਰਿਫਤਾਰ ਕਰਕੇ ਕਾਰ ਵੀ ਬਰਾਮਦ ਕਰ ਲਈ ਹੈ ਤੇ ਇਹਨਾਂ ਦੋਵਾਂ ਦੀ ਨਿਸ਼ਾਨਦੇਹੀ ਤੇ ਹੀ ਪੁਲਿਸ ਨੇ JCB ਦੀ ਮਦਦ ਦੇ ਨਾਲ ਕੁੜੀ ਦੀ ਲਾਸ਼ ਨੂੰ ਘੋੜਿਆਂ ਦੇ ਫਾਰਮ 'ਚੋਂ ਕੱਢ ਲਿਆ ਹੈ।
ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਸੰਘਣੀ ਧੁੰਦ ਕਰਕੇ BSF ਦਾ ਜਵਾਨ ਗਸ਼ਤ ਕਰਦਾ ਸਰਹੱਦ ਪਾਰ ਕਰਕੇ ਪਾਕਿਸਤਾਨ ਵਾਲੇ ਪਾਸੇ ਪਹੁੰਚ ਗਿਆ। ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ। BSF ਦੀ 66ਵੀਂ ਬਟਾਲੀਅਨ ਦੇ ਵਿੱਚ ਸ਼ਾਮਿਲ ਅਮਿਤ ਪ੍ਰਸਾਦ ਅਤੇ ਹੋਰ ਜਿਹੜੇ ਜਵਾਨ ਨੇ ਉਹ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰੂਟੀਨ ਪੈਟਰੋਲਿੰਗ ਕਰ ਰਹੇ ਸੀ, ਪਰ ਅਮਿਤ ਨੂੰ ਪਤਾ ਨਹੀਂ ਲੱਗਿਆ ਤੇ ਉਹ ਪਾਕਿਸਤਾਨ ਵੱਲ ਚਲਾ ਗਿਆ। ਇਸ ਬਾਰੇ BSF ਅਧਿਕਾਰੀਆਂ ਤੇ ਪਾਕਿਸਤਾਨੀ ਰੇਂਜਰਾਂ ਦੇ ਵਿਚਾਲੇ ਗੱਲਬਾਤ ਵੀ ਹੋਈ ਹੈ। ਹੁਣ ਗੱਲ ਕਰਦੇ ਹਾਂ ਜੰਮੂ ਦੇ ਉਸ ਸਿੱਖ ਵਿਦਿਆਰਥੀ ਦੀ ਜਿਹੜਾ ਇਸਰੋ ਦੀ ਮਦਦ ਦੇ ਨਾਲ ਨੈਨੋ ਉਪਗ੍ਰਹਿ ਲਾਂਚ ਕਰੇਗਾ। ਜੰਮੂ ਦੇ BSF ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਵਿੱਚ ਪੜ੍ਹਦੇ ਓਂਕਾਰ ਬੱਤਰਾ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਓਂਕਾਰ ਨੇ ਦੇਸ਼ ਦਾ ਪਹਿਲਾ ਓਪਨ ਸੋਰਸ ਉਪਗ੍ਰਹਿ ਇਨਕਿਊਬ ਵਿਕਸਿਤ ਕੀਤਾ ਹੈ, ਜਿਸ ਨੂੰ ਇਸਰੋ ਦੇ ਵੱਲੋਂ ਲਾਂਚ ਕੀਤਾ ਜਾਵੇਗਾ। ਇਸ ਉਪਗ੍ਰਹਿ ਨੂੰ ਪੈਰਾਡੌਕਸ ਸੋਨਿਕ ਸਪੇਸ ਰਿਸਰਚ ਏਜੰਸੀ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਓਂਕਾਰ ਬੱਤਰਾ ਨੇ ਦੱਸਿਆ ਕਿ ਉਪਗ੍ਰਹਿ ਦਾ ਵਜ਼ਨ 1 ਕਿਲੋਗ੍ਰਾਮ ਹੈ। ਇਸ ਨੂੰ ਨੈਨੋ ਟੈਕਨੀਕ ਦੀ ਮਦਦ ਨਾਲ ਵਿਕਸਿਤ ਕੀਤਾ ਗਿਆ ਹੈ। ਓਂਕਾਰ ਨੇ ਵੀ ਦੱਸਿਆ ਕਿ ਵਿਦੇਸ਼ਾਂ ਦੇ ਵਿੱਚ ਕਈ ਯੂਨੀਵਰਸਿਟੀਆਂ ਤੇ ਖੋਜਕਰਤਾ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ, ਪਰ ਉਸਨੇ ਭਾਰਤ ਦੀ ਪੁਲਾੜ ਏਜੰਸੀ ਇਸਰੋ ਦੀ ਮਦਦ ਨਾਲ ਉਪਗ੍ਰਹਿ ਨੂੰ ਲਾਂਚ ਕਰਨ ਦਾ ਫੈਸਲਾ ਲਿਆ ਹੈ। ਭਾਰਤ ਵਿੱਚ ਇਸ ਦੀ ਲਾਂਚਿੰਗ ਕੀਮਤ 20 ਤੋਂ 80 ਲੱਖ ਰੁਪਏ ਹੈ, ਜਦਕਿ ਵਿਦੇਸ਼ਾਂ ਦੇ ਵਿੱਚ ਇਹ ਕੀਮਤ ਕਰੋੜਾਂ ਦੇ ਵਿੱਚ ਜਾਂਦੀ ਹੈ। ਓਂਕਾਰ ਨੇ ਦੱਸਿਆ ਕਿ ਪੁਲਾੜ ਵਿੱਚ ਭੇਜੇ ਜਾਣ ਵਾਲੇ ਹਰ ਉਪਗ੍ਰਹਿ ਦਾ ਮਿਸ਼ਨ ਹੁੰਦਾ ਹੈ। ਇਸ ਤੇ ਵੀ 2 ਮਿਸ਼ਨ ਨੇ। ਪਹਿਲਾ ਤਾਂ ਇਹ ਹੈ ਕਿ ਇੰਨਾ ਹਲਕਾ ਉਪਗ੍ਰਹਿ ਪੁਲਾੜ ਦੇ ਵਿੱਚ ਕੰਮ ਕਰ ਸਕਦਾ ਹੈ। ਦੂਸਰਾ, ਇਹ ਉੱਥੋਂ ਦੇ ਤਾਪਮਾਨ ਤੇ ਨਜ਼ਰ ਰੱਖੂਗਾ ਤਾਂ ਜੋ ਖੋਜਕਰਤਾਵਾਂ ਨੂੰ ਇਹ ਜਾਣਨ ਦੇ ਵਿੱਚ ਮਦਦ ਮਿਲ ਸਕੇ ਕਿ ਮੌਸਮ ਦਾ ਹਾਲ ਕਿਹੋ ਜਿਹਾ ਹੈ। ਓਂਕਾਰ ਬੱਤਰਾ ਦੀ ਉਪਲਬਧੀ ਸਿਰਫ ਇੰਨੀ ਹੀ ਨਹੀਂ ਹੈ। 12 ਸਾਲ ਦੀ ਉਮਰ ਦੇ ਵਿੱਚ ਉਸਨੇ ਆਪਣੀ ਕਿਤਾਬ ਵੈਨ ਦਾ ਟਾਈਮ ਸਟਾਪਸ ਲਿਖ ਕੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਸਿਧਾਂਤਕ ਲੇਖਕ ਦੇ ਵਜੋਂ ਰਿਕਾਰਡ ਦਰਜ ਕਰਵਾਇਆ ਸੀ। ਇਸ ਦੇ ਨਾਲ ਹੀ ਉਸਨੇ 2 ਕੰਪਨੀਆਂ ਬਣਾਈਆਂ। 2018 ਦੇ ਵਿੱਚ ਬੱਤਰਾ ਟੈਕਨੋਲੋਜੀਜ਼ ਅਤੇ 2019 ਦੇ ਵਿੱਚ ਯੂਨਾਈਟਿਡ ਇੰਡੀਆ ਪਬਲਿਸ਼ਿੰਗ ਬਣਾਈਆਂ। ਓਂਕਾਰ ਸਿੰਘ ਦੀ ਇਸ ਉਪਲਬਧੀ ਦੇ ਉੱਤੇ ਮਾਪਿਆਂ ਦੇ ਨਾਲ ਪੂਰੇ ਦੇਸ਼ ਨੂੰ ਮਾਣ ਹੈ। ਖੇਡਾਂ ਦੀ ਗੱਲ ਕਰ ਲਈਏ ਤਾਂ ਭਾਰਤੀ ਕ੍ਰਿਕਟ ਟੀਮ ਨੂੰ ਬੰਗਲਾਦੇਸ਼ ਦੌਰੇ ਦੌਰਾਨ ਇੱਕ ਹੋਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਦੀ ਟੀਮ ਨੇ ਭਾਰਤੀ ਟੀਮ ਨੂੰ 3 ਇੱਕ-ਦਿਨਾ ਮੈਚਾਂ ਦੀ ਲੜੀ ਦੇ ਦੂਸਰੇ ਮੁਕਾਬਲੇ ਦੇ ਵਿੱਚ 5 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਦੇ ਖਿਡਾਰੀ ਮਹਿੰਦੀ ਹਸਨ ਮਿਰਾਜ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਹੁਣ FIFA ਵਿਸ਼ਵ ਕੱਪ ਦੀ ਗੱਲ ਕਰ ਲੈਂਦੇ ਹਾਂ, ਜਿਹੜਾ ਕਿ ਕਤਰ ਦੇ ਵਿੱਚ ਖੇਡਿਆ ਜਾ ਰਿਹਾ ਹੈ। ਵਿਸ਼ਵ ਕੱਪ ਦੇ ਪ੍ਰੀ ਕੁਆਰਟਰ ਫਾਈਨਲ ਦੇ ਵਿੱਚ ਪੁਰਤਗਾਲ ਨੇ ਗੋਜ਼ਾਲੋ ਰਾਮੋਸ ਦੀ ਹੈਟ੍ਰਿਕ ਦੀ ਬਦੌਲਤ ਸਵਿਟਜ਼ਰਲੈਂਡ ਦੀ ਟੀਮ ਨੂੰ 6-1 ਦੇ ਨਾਲ ਹਰਾ ਦਿੱਤਾ ਤੇ 16 ਸਾਲਾਂ ਬਾਅਦ ਪੁਰਤਗਾਲ ਕੁਆਰਟਰ ਫਾਈਨਲ ਦੇ ਵਿੱਚ ਪਹੁੰਚ ਗਿਆ। ਸਿਰਫ 16 ਮਿੰਟਾਂ ਦੇ ਅੰਦਰ 4 ਗੋਲ ਦਾਗੇ ਗਏ, ਜਿਨ੍ਹਾਂ ਦੇ ਵਿੱਚੋਂ 3 ਗੋਲ ਪੁਰਤਗਾਲ ਦੇ ਵੱਲੋਂ ਜਦਕਿ 1 ਗੋਲ ਸਵਿਟਜ਼ਰਲੈਂਡ ਦੇ ਵਿੱਚ ਵੱਲੋਂ ਕੀਤਾ ਗਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਹੀ ਨਹੀਂ, ਪੂਰੇ ਦੇਸ਼ ਦੇ ਵਿੱਚ ਜੋ ਗਲੋਬਲਾਈਜੇਸ਼ਨ ਗਲੋਬਲ ਵਾਰਮਿੰਗ ਹੋ ਰਹੀ ਹੈ ਉਸ ਦੇ ਨਾਲ ਜੁੜੀ ਅਹਿਮ ਖਬਰ ਹੈ ਜੋ ਕਿ ਵਿਸ਼ਵ ਬੈਂਕ ਦੀ ਰਿਪੋਰਟ ਤੋਂ ਸਾਹਮਣੇ ਆਈ ਹੈ। ਕੁਝ ਦਹਾਕਿਆਂ ਦੇ ਵਿੱਚ ਕਹਿੰਦੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਲੂ ਭਾਰਤ ਦੇ ਵਿੱਚ ਚਿੰਤਾਜਨਕ ਢੰਗ ਦੇ ਨਾਲ ਵੱਧ ਰਹੀ ਹੈ ਤੇ ਭਾਰਤ ਛੇਤੀ ਹੀ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ ਜਿੱਥੇ ਅਜਿਹੀਆਂ ਤੱਤੀਆਂ ਹਵਾਵਾਂ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਣਗੀਆਂ। ਵਿਸ਼ਵ ਬੈਂਕ ਦੀ ਰਿਪੋਰਟ ਦੇ ਵਿੱਚ ਇਹ ਨਵੀਂ ਚੇਤਾਵਨੀ ਦਿੱਤੀ ਗਈ ਹੈ। ਇਹਦੇ ਵਿੱਚ ਕਿਹਾ ਗਿਆ ਕਿ ਦੇਸ਼ ਵਿੱਚ ਗਰਮੀਆਂ ਦਾ ਮੌਸਮ ਲੰਮਾ ਚੱਲ ਰਿਹਾ ਹੈ। ਮੌਸਮ ਛੇਤੀ ਸ਼ੁਰੂ ਹੋ ਜਾਂਦਾ ਹੈ ਅਤੇ ਦੇਰ ਤੱਕ ਚੱਲਦਾ ਹੈ। ਅਪ੍ਰੈਲ 2022 ਵਿੱਚ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਹੀ ਲੂ ਹੈ ਜਿਹੜੀ ਉਹ ਚੱਲ ਪਈ ਸੀ, ਜਿਸ ਨਾਲ ਆਮ ਜਨਜੀਵਨ ਠੱਪ ਹੋ ਗਿਆ ਸੀ। ਰਾਜਧਾਨੀ ਦਿੱਲੀ ਦੇ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮਾਰਚ ਦੇ ਮਹੀਨੇ ਵਿੱਚ ਵੀ ਤਾਪਮਾਨ 'ਚ ਰਿਕਾਰਡ ਵਾਧਾ ਹੋਇਆ ਅਤੇ ਜਿਹੜਾ ਲੰਘਿਆ ਮਾਰਚ ਹੈ ਉਸ ਮਹੀਨੇ ਦੇ ਵਿੱਚ ਗਰਮੀ ਵਧਣ ਦੇ ਕਾਰਨ ਕਣਕਾਂ ਦੀ ਫਸਲ ਕਿਸ ਕਦਰ ਝੁਲਸੀ ਗਈ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਇਤਿਹਾਸ ਦੇ ਵਿੱਚ ਸਭ ਤੋਂ ਗਰਮ ਮਾਰਚ ਮਹੀਨੇ ਦੇ ਵਜੋਂ ਉੱਭਰਿਆ ਹੈ, ਇਤਿਹਾਸ ਦੇ ਵਿੱਚ ਦਰਜ ਹੋਇਆ ਹੈ। ਰਿਪੋਰਟ ਕਹਿੰਦੀ ਹੈ ਕਿ G20 ਕਲਾਈਮੇਟ ਰਿਸਕ ਐਟਲਸ ਨੇ 2021 ਦੇ ਵਿੱਚ ਚੇਤਾਵਨੀ ਦਿੱਤੀ ਸੀ ਕਿ ਜੇ ਕਾਰਬਨ ਨਿਕਾਸ ਉੱਚਾ ਰਹਿੰਦਾ ਹੈ ਤਾਂ 2036 ਅਤੇ 65 ਦੇ ਵਿਚਾਲੇ ਭਾਰਤ ਵਿੱਚ ਲੂ 25 ਗੁਣਾ ਵਧਣ ਦੀ ਉਮੀਦ ਹੈ। ਸੋ ਰਿਪੋਰਟ ਦਾ ਜਿਹੜਾ ਇੱਕ ਨਿਚੋੜ ਹੈ ਉਹੀ ਕਹਿੰਦਾ ਕਿ ਭਾਰਤ ਛੇਤੀ ਅਜਿਹੀ ਲੂ ਦਾ ਸਾਹਮਣਾ ਕਰੂਗਾ ਜਿਹੜੀ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋਵੇਗੀ। 250 ਸੀਟਾਂ ਵਾਲੇ ਦਿੱਲੀ ਨਗਰ ਨਿਗਮ ਦੇ ਵਿੱਚ ਸੱਤਾ ਧਿਰ ਯਾਨੀ ਕਿ ਆਮ ਆਦਮੀ ਪਾਰਟੀ ਦਾ ਮੁੜ ਤੋਂ ਕਬਜ਼ਾ ਹੋ ਗਿਆ। ਬੀਜੇਪੀ 104 ਸੀਟਾਂ ਤੇ ਸਿਮਟ ਗਈ ਹੈ। 250 ਦੇ ਵਿੱਚੋਂ 134 ਤੇ ਆਪ ਦਾ ਕਬਜ਼ਾ, ਬੀਜੇਪੀ ਨੂੰ 104 ਮਿਲੀਆਂ ਨੇ ਤੇ ਕਾਂਗਰਸ ਦੇ ਹਿੱਸੇ ਸਿਰਫ 9 ਸੀਟਾਂ ਆਈਆਂ ਨੇ, ਜਦਕਿ ਆਜ਼ਾਦ ਉਮੀਦਵਾਰਾਂ ਦੀ ਝੋਲੀ ਵਿੱਚ 3 ਸੀਟਾਂ ਪਈਆਂ ਨੇ। ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬਾਗੋ ਬਾਗ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਐਮਸੀਡੀ ਚੋਣਾਂ ਦੇ ਵਿੱਚ ਪਾਰਟੀ ਦੀ ਜਿੱਤ ਲਈ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਦਿਨ ਰਾਤ ਕੰਮ ਕਰਕੇ ਤੁਹਾਡੇ ਭਰੋਸੇ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਾਂਗਾ।
इस दरमियान हासा उदों पै गया जदों अरविंद केजरीवाल भाषण दे रहे सन। भीड़ दे विचों आई लव यू दी आवाज आई, जिसके जवाब दे विच सीएम केजरीवाल ने भी आई लव यू कह के स्वागत किया। केजरीवाल ने आम आदमी पार्टी के सारे कौंसलरां नूं भी जित दी वधाई दिंदे होए चेतावनी भी दित्ती कि ते कहा कि कदे भी अपनी जित दा हंकार ना करियो, नहीं तां जनता माफ करे या ना करे पर उपर वाला कदे भी माफ नहीं करूगा। केजरीवाल ने लोकां दे नाल वादा कीता कि ओह लोकां दीयां उम्मीदां ते खरा उतरन दी कोशिश करनगे। दिल्ली दीयां जिहड़ियां दूसरियां पार्टियां ने उन्हां नूं भी इकट्ठे होण दी अपील करनगे। जितण वाले बीजेपी कांग्रेस ते आजाद उम्मीदवारां नूं भी केजरीवाल ने वधाई दित्ती। जिहड़े हार गए कहंदे ओह भी निराश ना होवो, असीं उन्हां नूं भी नाल लैके जावांगे, मिल के दिल्ली नूं ठीक करांगे। बीजेपी ते कांग्रेस के सहयोग की केजरीवाल ने मांग की। हंडे हुए सियासतदान वाला दा खेडते हुए केजरीवाल ने कहा कि जिन्हां ने सानू वोटां पाईयां उन्हां दा बहुत बहुत धन्नवाद, जिन्हां ने वोटां नहीं पाईयां उन्हां दे काम सब तो पहलां करांगे। इस बारे इसलिए उन्होंने प्रधानमंत्री नरेंद्र मोदी के सहयोग की मांग की। आज सबको एक चीज और कहना चाहता हूं, अहंकार मत करना। बड़े बड़े सत्ता गिर गए हैं अहंकार से, अहंकार कभी मत करना। कई सारे आप में से काउंसलर बने हो, कई सारे आप में से एमएलए भी बने हो, कई सारे आज मान साहब भी खड़े हैं, पंजाब के हमारे मंत्रीगण भी सुन रहे होंगे। उन सबको मैं कहना चाहता हूं, कोई अहंकार मत करना। अगर हमने अहंकार किया तो ऊपर वाला, जनता माफ करे ना, ऊपर वाला कभी माफ नहीं करेगा। आपके पतन पक्का है। उसके बाद भारत माता की। इस वड्डी जित तो बाद पंजाब के मुख्यमंत्री भगवंत सिंह मान ने भी दावा किया, जिहड़े कि अरविंद केजरीवाल दे नाल ही प्रेस कॉन्फ्रेंस दे विच बैठे हुए सन, कि दावा किया कि गुजरात दे विच पार्टी दी हार दी भविष्यवाणी करन वाले एग्जिट पोल भी गलत साबित होणगे, गुजरात दे नतीजे भी हैरानीजनक होणगे। भगवंत मान ने कहा कि 15 साल दी एमसीडी नूं साडी पार्टी ने उखाड़ दिता है। इसका मतलब यह बनता है कि लोग नफरत की राजनीति पसंद नहीं करते, लोग विकास का समर्थन करते हैं। असली झाड़ू हुण दिल्ली दे कूड़े दे पहाड़ां उत्ते चलेगा। गुजरात विधान सभा दे चोण नतीजे ने जिहड़े गुजरात ते हिमाचल प्रदेश विधान सभा दे ओह 8 दसंबर नूं आ रहे ने। भगवंत मान ने यह भी ऐलान किया कि एक शानदार जित सानू मिली है, इसका जश्न मनावांगे। और दिल्ली आम आदमी पार्टी ने दिल्ली भी जीती है और दिल भी जीते हैं। हुकूमत वो करते हैं जिनका दिलों पर राज होता है। यूं कहने को तो मुर्गे के सर पे भी ताज होता है। तो आप लोगों ने हमारे दिल जीते हैं। जिस तरीके से आप लोगों ने बाहर आके वोट किया, आपने विश्वास जताया, चाहे वो दिल्ली में हो, तीसरी बार चौथी बार हो गया अब तो एमसीडी पंजाब में हो, और कल शाम तक आपको गुजरात में भी ऐसा मिले। दिल्ली के उप मुख्यमंत्री मनीष सिसोदिया ने भी दिल्ली के लोगों का धन्यवाद करते हुए कहा कि तुहाडीआं वोटां ने दुनिया की सब तो वड्डी अते नकारात्मक यानी कि नेगेटिव पार्टी नूं हरा दिता है। यह सिर्फ जीत नहीं है बल्कि एक बहुत बड़ी जिम्मेदारी है। दिल्ली को साफ करने की जिम्मेदारी, दिल्ली को चमकाने की जिम्मेदारी, दिल्ली के एक एक गली को शानदार करने की जिम्मेदारी। तो मैं इसके लिए सभी कार्यकर्ताओं की ओर से हमको लीड करने के लिए अरविंद केजरीवाल जी को भी धन्यवाद करना चाहता हूं कि उन्होंने अपने विजन से, अपने कार्य से, अपने दूरदृष्टि से देश को एक ऐसी राजनीति दी है जिससे लोग काम की राजनीति को वोट करते हैं। आम आदमी पार्टी की जित तो बाद श्रोमणी गुरुद्वारा प्रबंधक कमेटी के अंतरिंग मैंबर गुरचरण सिंह गरेवाल ने कहा कि सिखां दे मनां दे विच भारी रोस होण करके दिल्ली दे विच बीजेपी नूं हार दा मूंह देखना पिया है। बीजेपी नूं कंध ते लिखिया पढ़ लेना चाहिए। सो दिल्ली नगर निगम चोण नतीजियां दी जे थोड़ी जी आपां पड़चोल कर लईए तां 250 ਜਿਹੜੀਆਂ सीटां ने ਉਹਦੇ ਵਿੱਚੋਂ 134 आम आदमी पार्टी नूं मिलियां ने, जबकि मेयर ਬਣਨ ਦੇ ਲਈ 126 सीटां ਦੀ ਜ਼ਰੂਰਤ होंदी है। आम आदमी पार्टी 126 तो 8 सीटां वध लै गई है। आम आदमी पार्टी के सुप्रीमो केजरीवाल नूं पर जिन्नी वड्डी जित की उम्मीद सी ते जिन्ना दावा उन्होंने कीता सी वो हासिल नहीं हुई। केजरीवाल ने कहा सी कि असीं 200 तो वध सीटां जितांगे। 220 सीटां दा उन्होंने दावा कीता सी। इन्ना ही नहीं, सारे एग्जिट पोल्स ने भी आम आदमी पार्टी दियां 160 तो लैके 170 सीटां ते जित दिखाई सी, जबकि बीजेपी नूं 60 तो 77 सीटां सारे एग्जिट पोल दे रहे सी। पर बीजेपी ने सारे एग्जिट पोल्स नूं गलत साबित करते हुए 104 सीटां जित के आम आदमी पार्टी दे लई नगर निगम दे विच वड्डी चुनौती भी पेश कर दित्ती है।
ਇਹ ਚੁਣੌਤੀ ਕੀ ਹੈ ਉਸ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਦੇ ਵਿੱਚ ਮੇਅਰ ਦੀ ਜਿਹੜੀ ਚੋਣ ਹੈ ਉਹ ਕਾਉਂਸਲਰ ਕਰਦੇ ਨੇ। ਇਸ ਲਈ ਬੀਜੇਪੀ ਨੂੰ ਉਮੀਦ ਹੈ ਕਿ ਜੇ ਸੀਕ੍ਰੀਟ ਵੋਟਿੰਗ ਹੋਈ ਹੈ ਤਾਂ ਬੀਜੇਪੀ ਕਰੜੀ ਟੱਕਰ ਦੇ ਸਕਦੀ ਹੈ, ਕਿਉਂਕਿ ਹੰਡੀ ਹੋਈ ਪਾਰਟੀ ਹੈ, ਅੰਦਰ ਖਾਤੇ ਜਿਹੜੇ ਤਰੀਕੇ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਉਧਰਲੇ ਜਿਹੜੇ ਮੇਅਰ ਨੇ ਆਮ ਆਦਮੀ ਪਾਰਟੀ ਦੇ ਉਹ ਬੀਜੇਪੀ ਖਿੱਚ ਸਕਦੀ ਹੈ। ਜੇਕਰ ਇਸ ਸਾਲ ਬੀਜੇਪੀ ਮੇਅਰ ਆਪਣਾ ਮੇਅਰ ਬਣਾਉਣ ਦੇ ਵਿੱਚ ਸਫਲ ਨਹੀਂ ਹੁੰਦੀ ਤਾਂ ਅਗਲਾ ਸਾਲ ਤਾਂ ਕਿਤੇ ਗਿਆ ਹੀ ਨਹੀਂ, ਕਿਉਂਕਿ 103 ਜਿਹੜੇ ਕਾਉਂਸਲਰ ਨੇ ਉਹ ਬੀਜੇਪੀ ਦੇ ਨੇ ਤੇ 5 ਸਾਲ ਬਾਅਦ ਭਾਵੇਂ ਕਾਉਂਸਲਰ ਦੀਆਂ ਚੋਣਾਂ ਹੁੰਦੀਆਂ ਨੇ ਪਰ ਮੇਅਰ ਦੀ ਚੋਣ ਹਰ ਸਾਲ ਬਾਅਦ ਨਵੀਂ ਹੁੰਦੀ ਹੈ, ਜਿਵੇਂ ਕਿ ਐਸਜੀਪੀਸੀ ਦੇ ਵਿੱਚ ਹੁੰਦਾ ਹੈ। ਤੇ ਜੇ ਐਤਕੀ ਬੀਜੇਪੀ ਦਾ ਮੇਅਰ ਨਹੀਂ ਬਣਦਾ ਤਾਂ ਆਉਂਦੇ 4 ਸਾਲਾਂ ਦੇ ਵਿੱਚ ਇੱਕ ਨਾ ਅੱਧੇ ਸਾਲ ਦੇ ਵਿੱਚ ਬੀਜੇਪੀ ਜ਼ਰੂਰ ਕੋਸ਼ਿਸ਼ ਕਰ ਸਕਦੀ ਹੈ, ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਸਕਦੀ ਹੈ। ਹੁਣ ਸਵਾਲ ਹੈ ਕਿ ਪਹਿਲੇ ਮੇਅਰ ਦੀ ਰੇਸ ਦੇ ਵਿੱਚ ਕੌਣ-ਕੌਣ ਹੈ। ਐਮਸੀਡੀ ਦੇ ਕਾਨੂੰਨ ਮੁਤਾਬਿਕ ਜਦੋਂ ਵੀ ਨਵੀਂ ਐਮਸੀਡੀ ਚੁਣ ਕੇ ਆਉਂਦੀ ਹੈ ਤਾਂ ਪਹਿਲੀ ਮੇਅਰ ਮਹਿਲਾ ਹੁੰਦੀ ਹੈ, ਇਹ ਦਿੱਲੀ ਦਾ ਕਾਨੂੰਨ ਹੈ। ਇਸ ਲਿਹਾਜ਼ ਨਾਲ ਆਮ ਆਦਮੀ ਪਾਰਟੀ ਦੀਆਂ 3 ਮਹਿਲਾ ਉਮੀਦਵਾਰ ਰੇਸ ਦੇ ਵਿੱਚ ਨੇ। ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਸ਼ੀ ਮੇਅਰ ਸਭ ਤੋਂ ਮੂਹਰੇ ਦਿਖਾਈ ਦੇ ਰਹੀ ਹੈ। ਹਾਲਾਂਕਿ ਕਾਉਂਸਲਰ ਤਾਂ ਨਹੀਂ ਹੈ ਪਰ 6 ਮਹੀਨੇ ਦੇ ਅੰਦਰ ਉਹ ਕਾਉਂਸਲਰ ਦੀ ਚੋਣ ਲੜ ਸਕਦੀ ਹੈ। ਇਸ ਤੋਂ ਬਾਅਦ ਨਿਰਮਲਾ ਦੇਵੀ ਤੇ ਸ਼ਾਲਿਨੀ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ। ਦੂਸਰੇ ਪਾਸੇ ਇਸ ਜਿੱਤ ਨੂੰ ਸਿਆਸੀ ਪੰਡਿਤ ਕੋਈ ਬਹੁਤੀ ਵੱਡੀ ਜਿੱਤ ਵੀ ਨਹੀਂ ਮੰਨਦੇ, ਕਿਉਂਕਿ ਦੋ ਪੱਖ ਤੇ ਵਿਚਾਰਨਯੋਗ ਨੇ। ਪਹਿਲਾ ਤਾਂ ਇਹ ਕਿ ਬੀਜੇਪੀ ਨੇ ਜਿਸ ਤਰ੍ਹਾਂ 15 ਸਾਲ ਬਾਅਦ ਵੀ ਨਗਰ ਨਿਗਮ ਚੋਣਾਂ ਦੇ ਵਿੱਚ ਦੂਸਰੇ ਨੰਬਰ ਤੇ ਰਹਿ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ, ਉਸਨੇ ਆਮ ਆਦਮੀ ਪਾਰਟੀ ਦੀਆਂ ਉਮੀਦਾਂ ਤੇ ਕਿਤੇ ਨਾ ਕਿਤੇ ਪਾਣੀ ਫੇਰਿਆ, ਕਿਉਂਕਿ ਦਿੱਲੀ ਦੇ ਵਿੱਚ ਪਿਛਲੇ 2 ਪਲਾਨਸ ਤੋਂ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ। ਅਗਲੇ 5 ਸਾਲਾਂ ਤੱਕ ਬੀਜੇਪੀ ਜਿੱਤ ਤੇ ਹੋਰ ਨੇੜੇ ਆ ਸਕਦੀ ਹੈ। ਇਸ ਵਾਰੀ 103 ਸੀਟਾਂ ਲੈ ਕੇ ਗਈ ਹੈ ਤਾਂ ਅਗਲੀ ਵਾਰੀ ਇਹ ਵਾਧਾ ਵੀ ਹੋ ਸਕਦਾ ਹੈ, ਕਿਉਂਕਿ ਇਸ ਪੁਰਾਣੀ ਪਾਰਟੀ ਦੇ ਕੋਲ ਸਿਆਸਤ ਦੇ ਸਾਰੇ ਦਾਅ ਪੇਚ ਨੇ। ਦੂਸਰਾ ਪੱਖ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦਾ ਵੋਟ ਫੀਸਦ ਐਤਕੀ ਘਟਿਆ ਹੈ। 2020 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 70 ਦੇ ਵਿੱਚੋਂ 62 ਸੀਟਾਂ ਜਿੱਤੀਆਂ ਸੀ। ਪਾਰਟੀ ਦਾ ਵੋਟ ਫੀਸਦ 53.6% ਰਿਹਾ ਸੀ, ਜਦਕਿ ਨਗਰ ਨਿਗਮ ਚੋਣਾਂ ਦੇ ਵਿੱਚ ਇਹ ਘਟ ਕੇ 42% ਦੇ ਕਰੀਬ ਰਹਿ ਗਿਆ, ਯਾਨੀ ਕਿ ਪਾਰਟੀ ਦੇ ਵੋਟ ਸ਼ੇਅਰ ਦੇ ਵਿੱਚ ਤਕਰੀਬਨ 9% ਦੀ ਕਮੀ ਦਰਜ ਕੀਤੀ ਗਈ ਹੈ। ਆਮ ਆਦਮੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਹੈ। ਉਧਰ ਬੀਜੇਪੀ ਦੇ ਵੋਟ ਫੀਸਦ ਦੇ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਬੀਜੇਪੀ ਨੇ ਨਗਰ ਨਿਗਮ ਚੋਣਾਂ ਦੇ ਵਿੱਚ 39% ਦੇ ਕਰੀਬ ਵੋਟਾਂ ਹਾਸਲ ਕੀਤੀਆਂ ਨੇ, ਯਾਨੀ ਕਿ 103 ਸੀਟਾਂ ਜਿੱਤ ਕੇ 39% ਵੋਟਾਂ ਪਈਆਂ ਨੇ। ਆਮ ਆਦਮੀ ਪਾਰਟੀ ਤੋਂ ਸਿਰਫ 3% ਵੋਟਾਂ ਘੱਟ ਨੇ, ਸੋ ਵੋਟ ਫੀਸਦ ਹੈ ਜਿਹੜਾ ਵਧਿਆ ਹੈ। ਇਸ ਦਰਮਿਆਨ ਇੱਕ ਹੋਰ ਪੱਖ ਵੀ ਸਾਹਮਣੇ ਆ ਰਿਹਾ ਹੈ ਦਿੱਲੀ ਦੀ ਸਿਆਸਤ ਨੂੰ ਲੈ ਕੇ ਜਾਂ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਲੈ ਕੇ, ਕਿ ਨਗਰ ਨਿਗਮ ਚੋਣਾਂ ਨੇ ਜਿਹੜੀਆਂ ਉਹ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਅਗਵਾਈ ਦੇ ਵਿੱਚ ਲੜੀਆਂ ਗਈਆਂ ਨੇ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਅਤੇ ਹਿਮਾਚਲ ਚੋਣਾਂ ਦੇ ਵਿੱਚ ਕਾਫੀ ਮਸ਼ਰੂਫ ਸਨ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿਵਾਉਣ ਦੇ ਲਈ ਹੋ ਸਕਦਾ ਹੈ ਕਿ ਕੇਜਰੀਵਾਲ ਦਿੱਲੀ ਦੀ ਜ਼ਿੰਮੇਵਾਰੀ ਮਨੀਸ਼ ਸਿਸੋਦੀਆ ਨੂੰ ਦੇ ਦੇਣ, ਯਾਨੀ ਕਿ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਣ। ਦਿੱਲੀ ਦੇ ਅਗਲੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹੋ ਸਕਦੇ ਨੇ। ਇਹ ਸਿਆਸੀ ਪੰਡਤਾਂ ਦੇ ਟੇਵੇ ਨੇ। ਅਗਲੇ ਸਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੇ ਉਹ ਪਾਰਟੀ ਨੂੰ ਚੰਗੀਆਂ ਵੋਟਾਂ ਦਿਵਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੇਜਰੀਵਾਲ ਪੀਐਮ ਦੀ ਰੇਸ ਦੇ ਵਿੱਚ ਆਪਣੇ ਆਪ ਨੂੰ ਮੂਹਰੇ ਰੱਖ ਸਕਦੇ ਨੇ, ਜਿਹੜਾ ਕਿ ਅਰਵਿੰਦ ਕੇਜਰੀਵਾਲ ਦਿਲ ਤੋਂ ਚਾਹੁੰਦੇ ਨੇ। 2016 ਦੇ ਵਿੱਚ ਭਾਰਤ ਦੀ ਬੀਜੇਪੀ ਸਰਕਾਰ ਦੇ ਵੱਲੋਂ, ਮੋਦੀ ਸਰਕਾਰ ਦੇ ਵੱਲੋਂ ਜਿਹੜਾ ਨੋਟਬੰਦੀ ਦਾ ਫੈਸਲਾ ਲਿਆ ਗਿਆ ਸੀ, ਉਸ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਕਿ ਸੁਪਰੀਮ ਕੋਰਟ ਨੇ ਸੈਂਟਰ ਦੀ ਸਰਕਾਰ ਅਤੇ ਆਰਬੀਆਈ ਯਾਨੀ ਕਿ ਭਾਰਤੀ ਰਿਜ਼ਰਵ ਬੈਂਕ ਨੂੰ 2016 ਦੇ ਨੋਟਬੰਦੀ ਦੇ ਫੈਸਲੇ ਨਾਲ ਸੰਬੰਧਿਤ ਸਾਰਾ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਨੋਟਬੰਦੀ ਦੇ ਬਾਰੇ ਕੇਂਦਰ ਦੇ 2016 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਵੀ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੁਪਰੀਮ ਕੋਰਟ ਨੇ ਸਾਰਾ ਰਿਕਾਰਡ ਪੇਸ਼ ਕਰਨ ਦੇ ਨਿਰਦੇਸ਼ ਕਿਉਂ ਦਿੱਤੇ ਨੇ, ਇਸ ਬਾਰੇ ਹਲੇ ਵਿਸਥਾਰ ਦੇ ਵਿੱਚ ਜਾਣਕਾਰੀ ਨਹੀਂ ਮਿਲ ਸਕੀ ਹੈ। ਮਹਿੰਗਾਈ ਦੀ ਮਾਰ ਹੈ ਜਿਹੜੀ ਉਹ ਭਾਰਤ ਵਾਸੀਆਂ ਤੇ ਹੋਰ ਪਈ ਹੈ, ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਸਮੀਖਿਆ ਦੇ ਵਿੱਚ ਨੀਤੀਗਤ ਦਰ ਰੈਪੋ ਨੂੰ 0.35% ਤੋਂ ਵਧਾ ਕੇ 6.25% ਕਰਨ ਦਾ ਫੈਸਲਾ ਲਿਆ ਹੈ। ਆਰਬੀਆਈ ਨੇ ਇਹ ਕਦਮ ਕੌਮਾਂਤਰੀ ਬੇਯਕੀਨੀ ਵਾਲੇ ਮਾਹੌਲ ਅਤੇ ਮਹਿੰਗਾਈ ਦੇ ਮੱਦੇਨਜ਼ਰ ਚੁੱਕਿਆ ਹੈ। ਤੇ ਰੈਪੋ ਦਰ ਦੇ ਵਿੱਚ ਵਾਧਾ ਹੋਣ ਦੇ ਨਾਲ ਕੀ ਹੋਵੇਗਾ? ਕਰਜ਼ਾ ਮਹਿੰਗਾ ਹੋਊਗਾ ਤੇ ਈਐਮਆਈ ਵਧੇਗੀ। ਪਿਛਲੇ ਸਮੇਂ ਦੇ ਵਿੱਚ ਵੀ ਰੈਪੋ ਰੇਟ ਵਧਾਇਆ ਗਿਆ ਸੀ, ਜਿਸ ਤੋਂ ਬਾਅਦ ਕਰਜ਼ਾ ਹੋਰ ਮਹਿੰਗਾ ਹੋ ਗਿਆ ਸੀ ਅਤੇ ਈਐਮਆਈ ਵੀ ਵੱਧ ਗਈ ਸੀ ਤੇ ਹੁਣ ਕਰਜ਼ਾ ਹੋਰ ਵੀ ਮਹਿੰਗਾ ਹੋ ਜਾਊਗਾ। ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ 2022-23 ਦੇ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 7% ਤੋਂ ਘਟਾ ਕੇ 6.8% ਕਰ ਦਿੱਤਾ ਹੈ। ਸੋ ਰੈਪੋ ਰੇਟ ਦੇ ਵਿੱਚ ਵਾਧੇ ਦਾ ਮਤਲਬ ਇੱਕ ਵਾਰੀ ਫੇਰ ਦੱਸ ਦਿੰਦੇ ਆ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਜੇ ਤੁਸੀਂ ਕਰਜ਼ਾ ਲੈਂਦੇ ਹੋ, ਉਧਾਰ ਪੈਸੇ ਲੈਂਦੇ ਹੋ, ਤਾਂ ਉਹ ਤੁਹਾਨੂੰ ਮਹਿੰਗਾ ਪਵੇਗਾ, ਯਾਨੀ ਕਿ ਉਹਦਾ ਵਿਆਜ ਤੁਹਾਨੂੰ ਹੁਣ ਪਹਿਲਾਂ ਨਾਲੋਂ ਵੱਧ ਦੇਣਾ ਪਵੇਗਾ ਅਤੇ ਮਹੀਨਾਵਾਰ ਕਿਸ਼ਤ ਹੈ ਜਿਹੜੀ ਉਹ ਵੱਧ ਜਾਏਗੀ। ਜੇ ਵਿਆਜ ਵਧੂਗਾ ਤਾਂ ਈਐਮਆਈ ਜਿਹੜੀ ਤੁਸੀਂ ਭਰਦੇ ਹੋ ਉਹ ਵੀ ਵੱਧ ਜਾਊਗਾ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਨਵਾਂ ਐਲਾਨ ਕੀਤਾ ਹੈ।
ਪੰਜਾਬ ਦੇ ਵਿੱਚ ਧੁੰਦ ਅਤੇ ਸ਼ਰਾਬ ਪੀਣ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਅਮਰੀਕਾ ਤੇ ਕੈਨੇਡਾ ਦੇ ਵਾਂਗੂ ਹੁਣ ਪੰਜਾਬ ਦੇ ਵਿੱਚ ਵੀ ਗੱਡੀ ਚਲਾਉਣ ਵਾਲਿਆਂ ਦੀ ਪਹਿਲਾਂ ਚੈਕਿੰਗ ਹੋਵੇਗੀ। ਪੰਜਾਬ ਸਰਕਾਰ ਦੇ ਵੱਲੋਂ ਦਾਰੂ ਪੀ ਕੇ ਗੱਡੀ ਚਲਾਉਣ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਤਹਿਤ ਗ੍ਰਹਿ ਵਿਭਾਗ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਦਿਸ਼ਾ ਨਿਰਦੇਸ਼ ਕੀ ਨੇ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਹਾਂ, ਜਿਨ੍ਹਾਂ ਦੀ ਤੁਹਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਪਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕੀਤੇ ਨੇ ਕਿ ਦਾਰੂ ਪੀ ਕੇ ਗੱਡੀ ਚਲਾਉਣ ਨਾਲ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਇਹ ਮੁਹਿੰਮ ਚਲਾਈ ਜਾਵੇ, ਜਿਸ ਦੇ ਤਹਿਤ ਮੈਰਿਜ ਪੈਲਸਾਂ ਦੇ ਬਾਹਰ ਬਰੀਥ ਐਨਾਲਾਈਜ਼ਰ ਦੇ ਵੱਲੋਂ ਚੈਕਿੰਗ ਕੀਤੀ ਜਾਵੇਗੀ। ਇਸ ਮੁਹਿੰਮ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੇ ਵੀ ਮੁੱਖ ਮੰਤਰੀ ਨੇ ਹੁਕਮ ਦਿੱਤੇ ਨੇ, ਤਾਂ ਜੋ ਕੋਈ ਵੀ ਦਾਰੂ ਪੀ ਕੇ ਗੱਡੀ ਨਾ ਚਲਾਵੇ। ਸੋ ਪੰਜਾਬ ਦੇ ਸਾਰੇ ਮੈਰਿਜ ਪੈਲਸਾਂ ਦੇ ਬਾਹਰ ਪੁਲਿਸ ਨਾਕੇ ਲਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ। ਸ਼ਰਾਬ ਪੀ ਕੇ ਜਿਹੜਾ ਵੀ ਡਰਾਈਵਿੰਗ ਕਰੇਗਾ ਉਸ ਨੂੰ ਉੱਥੇ ਹੀ ਰੋਕਿਆ ਜਾਊਗਾ। ਮੌਕੇ ਤੇ ਐਲਕੋ ਸੈਂਸਰ ਦੇ ਨਾਲ ਬ੍ਰੈਥ ਟੈਸਟ ਕਰਕੇ ਚਲਾਨ ਉਹਦਾ ਕੱਟਿਆ ਜਾਊਗਾ। ਸੋ ਪੰਜਾਬ ਦੇ ਲੋਕ ਜੇ ਹੁਣ ਵਿਆਹ ਸਮਾਗਮਾਂ ਤੇ ਜਾਣ ਲੱਗੇ ਦਾਰੂ ਪੀਣਗੇ ਜਾਂ ਫਿਰ ਵਿਆਹ ਅਟੈਂਡ ਕਰਕੇ ਆਉਂਦੇ ਹੋਏ ਦਾਰੂ ਪੀਣਗੇ ਤਾਂ ਉਹਨਾਂ ਦੀ ਹੁਣ ਖੈਰ ਨਹੀਂ ਹੈ। ਪੰਜਾਬ ਸਰਕਾਰ ਨਾਕੇ ਲਾ ਰਹੀ ਹੈ। ਤੇ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਇਸ ਤੋਂ ਪਹਿਲਾਂ ਹੀ ਇਹ ਕਾਨੂੰਨ ਵੀ ਬਣਿਆ ਹੋਇਆ ਹੈ ਕਿ ਦਾਰੂ ਪੀ ਕੇ ਗੱਡੀ ਚਲਾਉਣ ਤੇ 6 ਮਹੀਨੇ ਦੀ ਕੈਦ ਜਾਂ ਫਿਰ 10,000 ਰੁਪਏ ਜੁਰਮਾਨਾ ਲੱਗਦਾ ਹੈ ਜੇ ਤੁਸੀਂ ਪਹਿਲੀ ਵਾਰੀ ਫੜੇ ਜਾਂਦੇ ਹੋ। ਜੇ ਤੁਸੀਂ ਦੂਸਰੀ ਵਾਰੀ ਫੜੇ ਜਾਂਦੇ ਹੋ ਤਾਂ 2 ਸਾਲ ਦੀ ਜੇਲ੍ਹ ਤੇ 15,000 ਰੁਪਏ ਜੁਰਮਾਨਾ ਜਾਂ ਫਿਰ ਦੋਵੇਂ ਲੱਗ ਸਕਦੇ ਨੇ। ਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਜਿੱਥੇ ਸ਼ਲਾਘਾ ਕੀਤੀ ਹੈ ਉੱਥੇ ਤੰਜ ਵੀ ਕੱਸਿਆ ਹੈ। ਮਜੀਠੀਆ ਨੇ ਕਿਹਾ ਹੈ ਕਿ ਕਿਤੇ ਇਹ ਤਰੀਕਾ ਮਹਿਜ਼ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਜ਼ਰੀਆ ਨਾ ਬਣ ਜਾਵੇ, ਜਦਕਿ ਸੜਕ ਹਾਦਸੇ ਅਤੇ ਨਸ਼ੇ ਵਰਗੇ ਸੰਜੀਦਾ ਮੁੱਦਿਆਂ ਦੇ ਲਈ ਉਸਾਰੂ ਨੀਤੀ ਦੀ ਲੋੜ ਹੈ। ਜਿਹੜਾ ਵੀ ਡਰਿੰਕ ਕਰ ਲੈਂਦਾ ਗੱਡੀ ਸੜਕ ਤੇ ਨਾ ਚਲਾਵੇ, ਉਹਨੂੰ ਰੋਕਣ ਵਾਸਤੇ ਕੋਈ ਵੀ ਕਦਮ ਪੁੱਟਿਆ ਜਾਵੇ, ਬਹੁਤ ਹੀ ਚੰਗੀ ਗੱਲ ਹੈ। ਮਗਰ ਸੀਐਮ ਸਾਹਿਬ ਇੱਕ ਗੱਲ ਇਹ ਵੀ ਹੈ, ਕੱਲੀ ਇਹ ਸਿਆਸਤ ਜਾਂ ਮੈਰਿਜ ਪੈਲਸਾਂ ਵਾਲਿਆਂ ਨੂੰ ਤੰਗ ਕਰਨ ਦਾ ਇੱਕ ਨਵਾਂ ਜਰੀਆ ਨਾ ਬਣ ਜੇ, ਜਾਂ ਜਿਹੜੇ ਵਿਆਹਾਂ ਤੇ ਗਏ ਆ ਉੱਥੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਇੱਕ ਨਵਾਂ ਅਥਾਰਟੀਜ਼ ਵੱਲੋਂ ਇੱਕ ਨਵਾਂ ਪ੍ਰਮਾਣ ਪੱਤਰ ਨਾ ਉਹਨਾਂ ਦੇ ਹੱਥ 'ਚ ਫੜਾਓ। ਡਰੰਕ ਡਰਾਈਵਿੰਗ ਜੇ ਰੋਕਣੀ ਹੈ, ਜੇ ਜਿਹੜੇ ਬਾਹਰਲੇ ਮੁਲਕਾਂ 'ਚ ਬਾਹਰਲੇ ਦੇਸ਼ਾਂ 'ਚ ਕਿਥੇ ਵੀ ਕਦੋਂ ਵੀ ਇਹਦੀ ਚੈਕਿੰਗ ਹੁੰਦੀ ਹੈ, ਉਸ ਰੂਲ ਨੂੰ ਫੋਲੋ ਕਰੋ, ਉਸ ਸਿਸਟਮ ਨੂੰ ਫੋਲੋ ਕਰੋ। ਔਰ ਜ਼ਰੂਰੀ ਕਿਉਂ ਮੈਰਿਜ ਪੈਲੇਸ ਬਾਹਰ ਕਿ ਲੋਕ ਘਰਾਂ 'ਚ ਸ਼ਰਾਬ ਨਹੀਂ ਪੀ ਰਹੇ, ਕਿ ਲੋਕ ਰੈਸਟੋਰੈਂਟ 'ਚ ਜਾ ਕੇ ਸ਼ਰਾਬ ਨਹੀਂ ਪੀ ਰਹੇ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਜਿਹੜਾ 25 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ, ਉਸ ਤੋਂ ਬਾਅਦ ਇਸ ਕਤਲ ਕੇਸ ਦੇ ਨਾਲ ਜੁੜੀਆਂ ਜਿਹੜੀਆਂ ਜਾਣਕਾਰੀਆਂ ਨੇ ਉਹ ਕਾਫੀ ਤੇਜ਼ੀ ਦੇ ਨਾਲ ਆ ਰਹੀਆਂ ਨੇ, ਜਾਂ ਕਹਿ ਸਕਦੇ ਹਾਂ ਕਿ ਕਤਲ ਕੇਸ ਦੀ ਜਾਂਚ ਦੇ ਵਿੱਚ ਤੇਜ਼ੀ ਦਿਖਾਈ ਜਾ ਰਹੀ ਹੈ। ਬੁੱਧਵਾਰ ਨੂੰ ਪੰਜਾਬੀ ਗਾਇਕਾਂ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਾਨਸਾ ਦੇ CIA ਸਟਾਫ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ। ਇਸ ਕਤਲ ਕਾਂਡ ਦੀਆਂ ਤਾਰਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜਦੀਆਂ ਦਿਖਾਈ ਦੇ ਰਹੀਆਂ ਨੇ। ਬੇਸ਼ੱਕ ਇਸ ਤੋਂ ਪਹਿਲਾਂ ਵੀ ਕਈ ਕਲਾਕਾਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ, ਪਰ ਉਹ ਪੁੱਛਗਿੱਛ ਪੰਜਾਬ ਪੁਲਿਸ ਦੇ ਵੱਲੋਂ ਜਾਂ ਫਿਰ ਪੰਜਾਬ ਦੇ CIA ਸਟਾਫ ਦੇ ਵੱਲੋਂ ਨਹੀਂ ਕੀਤੀ ਗਈ, ਉਹ NIA ਦੇ ਵੱਲੋਂ ਕੀਤੀ ਗਈ। ਤੇ ਹੁਣ ਅਗਲੀ ਕੜੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਕਿ ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਮਾਨਸਾ ਪਹੁੰਚੇ। ਮਨਕੀਰਤ ਔਲਖ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਨੇ। ਮਨਕੀਰਤ ਔਲਖ ਤੋਂ ਕੁਝ ਸਮਾਂ, ਹਾਲਾਂਕਿ ਕਈ ਘੰਟਿਆਂ ਤੱਕ ਪੁੱਛ ਪੜਤਾਲ ਨਹੀਂ ਕੀਤੀ ਗਈ, ਪਰ ਕੁਝ ਸਮਾਂ ਲੱਗਿਆ ਹੈ। CI ਨੇ ਪੁੱਛ ਪੜਤਾਲ ਕੀਤੀ ਹੈ। ਬੱਬੂ ਮਾਨ ਵੀ ਆਪਣੇ ਸੁਰੱਖਿਆ ਕਰਮੀਆਂ ਨੂੰ ਨਾਲ ਲੈ ਕੇ ਤੇ ਵਕੀਲਾਂ ਦੀ ਟੀਮ ਨੂੰ ਨਾਲ ਲੈ ਕੇ ਮਾਨਸਾ ਪਹੁੰਚੇ। ਇੱਕ ਦਿਨ ਪਹਿਲਾਂ ਮਾਨਸਾ ਦੇ SSP ਡਾਕਟਰ ਨਾਨਕ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਸੀ, ਜਾਣਕਾਰੀ ਦਿੱਤੀ ਸੀ ਕਿ ਗਾਇਕਾਂ ਨੂੰ ਮਾਨਸਾ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਨੇ। ਹਾਲਾਂਕਿ ਉਹਨਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਇਹ ਕਿਹਾ ਸੀ ਕਿ ਵੱਖ-ਵੱਖ ਤਰੀਕਾਂ ਤੇ ਇਹਨਾਂ ਨੂੰ ਸੱਦਿਆ ਗਿਆ ਹੈ, ਪਰ ਬੁੱਧਵਾਰ ਨੂੰ ਜਦੋਂ ਪਹੁੰਚੇ ਤਾਂ ਪਤਾ ਲੱਗਿਆ ਕਿ ਇੱਕੋ ਤਰੀਕ ਤੇ ਇਹਨਾਂ ਨੂੰ ਬੁਲਾਇਆ ਗਿਆ ਹੈ, ਇੱਕੋ ਵੇਲੇ ਬੁਲਾਇਆ ਗਿਆ। ਡਾਕਟਰ ਨਾਨਕ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਪੁੱਤਰ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ, ਉਸ ਨੂੰ ਵੀ ਬੁਲਾਇਆ ਗਿਆ। ਬਾਵਾ ਸੰਧੂ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜ਼ਦੀਕੀ ਹੈ, ਉਸ ਨੂੰ ਵੀ ਤਲਬ ਕੀਤਾ ਗਿਆ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚੜੀ ਦੇ 2 ਜਣਿਆਂ ਨੂੰ ਵੀ ਤਲਬ ਕੀਤਾ ਗਿਆ ਹੈ। ਪੁਲਿਸ ਨੇ ਯੂਥ ਅਕਾਲੀ ਲੀਡਰ ਵਿੱਕੀ ਮਿੱਡੂ ਖੇੜਾ, ਜਿਸ ਦਾ ਕਤਲ ਕਰ ਦਿੱਤਾ ਗਿਆ ਸੀ, ਉਸਦੇ ਭਰਾ ਅਜੇਪਾਲ ਸਿੰਘ ਮਿੱਡੂ ਖੇੜਾ ਨੂੰ ਵੀ ਸੱਦਿਆ ਗਿਆ ਸੀ, ਪਰ ਉਹ ਪਿਛਲੇ ਹਫ਼ਤੇ ਪੁਲਿਸ ਦੇ ਕੋਲ ਪੇਸ਼ ਹੋਇਆ ਸੀ।
ਤੇ ਇਹਨਾਂ ਵਿਅਕਤੀਆਂ ਦੇ ਨਾਂ ਨੇ ਜਿਹੜੇ ਪੁਲਿਸ ਦੇ ਮੁਤਾਬਿਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਹੀ ਦਿੱਤੇ ਗਏ ਸਨ। ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਵਿੱਚ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਮਿਊਜ਼ਿਕ ਇੰਡਸਟਰੀ ਦੇ, ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਮਰਵਾਉਣ ਦੇ ਵਿੱਚ ਸਾਜ਼ਿਸ਼ ਰਚੀ ਹੈ, ਜਾਂ ਉਹ ਕਹਿੰਦੇ ਸੀ ਕਿ ਮੇਰੇ ਪੁੱਤ ਨੂੰ ਮਰਵਾਉਣ ਦੇ ਵਿੱਚ ਉਹਨਾਂ ਦਾ ਵੀ ਹੱਥ ਹੋ ਸਕਦਾ ਹੈ। ਉਹਨਾਂ ਨੇ ਉਦੋਂ ਨਾਮ ਨਹੀਂ ਦੱਸੇ ਸੀ, ਸੁਰੱਖਿਆ ਦੇ ਲਿਹਾਜ਼ ਨਾਲ ਜਾਂਚ ਚੱਲਦੀ ਹੋਣ ਕਰਕੇ ਕਹਿੰਦੇ ਮੈਂ ਨਾਮ ਤਾਂ ਨਸ਼ਰ ਨਹੀਂ ਕਰ ਸਕਦਾ, ਪਰ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਦੱਸਾਂਗਾ। ਸੋ ਹੁਣ ਸਾਫ਼ ਹੋ ਚੁੱਕਿਆ ਕਿ ਇਹ ਜਿਹੜੀ ਸ਼ਿਕਾਇਤ ਹੈ ਬੱਬੂ ਮਾਨ ਜਾਂ ਮਨਕੀਰਤ ਔਲਖ ਦੇ ਖਿਲਾਫ ਸ਼ਿਕਾਇਤ ਮੂਸੇਵਾਲੇ ਦੇ ਪਿਤਾ ਨੇ ਹੀ ਲਗਾਈ ਹੋਵੇਗੀ। ਇਸ ਕਤਲकांड ਦੇ ਵਿੱਚ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ। 36 ਲੋਕਾਂ ਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਹੈ। ਦਰਅਸਲ ਸੋਸ਼ਲ ਮੀਡੀਆ ਤੇ ਕਈ ਵਾਰੀ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿਚਾਰਾਂ ਦਾ ਟਕਰਾਅ ਸਾਹਮਣੇ ਆਉਂਦਾ ਰਿਹਾ ਹੈ। ਹਾਲਾਂਕਿ ਬੱਬੂ ਮਾਨ ਨੇ ਕਦੇ ਵੀ ਨਾਮ ਲੈ ਕੇ ਸਿੱਧੂ ਮੂਸੇਵਾਲੇ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ, ਪਰ ਸਿੱਧੂ ਮੂਸੇਵਾਲੇ ਨੇ ਕਈ ਵਾਰੀ ਜਿਹੜਾ ਹੈਗਾ ਉਹ ਵੀਡੀਓਜ਼ ਜਾਰੀ ਕੀਤੀਆਂ ਸੀ ਤੇ ਜਿਹੜਾ ਜਵਾਬ ਹੈ ਉਹ ਬੱਬੂ ਮਾਨ ਦੇ ਜਿਹੜੇ ਚਾਹਣ ਵਾਲੇ ਨੇ ਉਹ ਦਿੰਦੇ ਸਨ, ਉਸ ਤੇ ਪ੍ਰਸ਼ੰਸਕ ਦਿੰਦੇ ਸਨ। ਸੋ ਇਸੇ ਤਰ੍ਹਾਂ ਮਨਕੀਰਤ ਔਲਖ ਤੇ ਮੂਸੇਵਾਲੇ ਦੇ ਰਿਸ਼ਤਿਆਂ ਨੂੰ ਲੈ ਕੇ ਵੀ ਕਈ ਵਾਰੀ ਸਵਾਲ ਉੱਠਦੇ ਰਹੇ ਨੇ। ਸੋ ਇਸ ਜਾਂਚ ਦੇ ਵਿੱਚ ਕੀ ਸਵਾਲ ਪੁੱਛੇ ਗਏ ਨੇ, ਪੁੱਛਗਿੱਛ ਦੇ ਵਿੱਚ ਕੀ ਪੁੱਛੇ ਨੇ ਸਵਾਲ ਤੇ ਕੀ ਜਵਾਬ ਮਿਲੇ ਨੇ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰੀ ਫੇਰ ਚਿੱਠੀ ਲਿਖ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਰਕਾਰ ਵੱਲੋਂ ਐਲਾਨੇ ਗਏ ਵੀਰ ਬਾਲ ਦਿਵਸ ਦੀ ਥਾਂ ਇਸ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਦੀ ਮੰਗ ਕੀਤੀ ਹੈ। ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਇਸੇ ਸਾਲ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਐਲਾਨਿਆ ਗਿਆ, ਜਦਕਿ ਇਹ ਨਾਮ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਦੀ ਭਾਵਨਾ ਦੇ ਬਿਲਕੁਲ ਅਨੁਕੂਲ ਨਹੀਂ ਹੈ, ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਅਨੁਕੂਲ ਨਹੀਂ ਹੈ। ਪ੍ਰਧਾਨ ਨੇ ਕਿਹਾ ਕਿ ਇਸ ਸੰਬੰਧ ਵਿੱਚ ਐਸਜੀਪੀਸੀ ਦੀ ਅੰਤਰਿਮ ਕਮੇਟੀ ਮਤਾ ਪਾਸ ਵੀ ਕਰ ਚੁੱਕੀ ਹੈ ਤੇ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸੇ ਮਹੀਨੇ ਦੇ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਤੇ ਸਿੱਖ ਇਤਿਹਾਸ ਦੀ ਭਾਵਨਾਵਾਂ ਦੇ ਮੁਤਾਬਿਕ ਹੀ ਇਸ ਨੂੰ ਮਨਾਇਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਦੇ ਵਿੱਚ ਸੋਧ ਕਰਨੀ ਚਾਹੀਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀਰ ਬਾਲ ਦਿਵਸ ਵਜੋਂ ਨਹੀਂ, ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣੀ ਚਾਹੀਦੀ ਹੈ ਤੇ ਉਹੀ ਨਾਮ ਐਲਾਨਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼ੁਰੂ ਕੀਤੀ ਗਈ ਦਸਤਖਤ ਮੁਹਿੰਮ ਦੇ ਸਮਰਥਨ ਦੇ ਵਿੱਚ ਭੁੱਖ ਹੜਤਾਲ ਤੇ ਚੱਲ ਰਹੇ ਬਾਪੂ ਸੂਰਤ ਸਿੰਘ ਨੇ ਵੀ ਪਰਫਾਰਮਾ ਭਰਿਆ ਹੈ। ਬਾਪੂ ਸੂਰਤ ਸਿੰਘ ਲੰਬੇ ਅਰਸੇ ਤੋਂ ਕਈ ਸਾਲਾਂ ਤੋਂ ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਸੰਘਰਸ਼ੀਲ ਨੇ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਬਾਪੂ ਸੂਰਤ ਸਿੰਘ ਦਾ ਹਾਲ ਚਾਲ ਜਾਣਨ ਦੇ ਲਈ ਲੁਧਿਆਣਾ ਦੇ ਹਸਪਤਾਲ ਪਹੁੰਚੇ। ਇਸ ਦੌਰਾਨ ਉਹਨਾਂ ਨੇ ਐਸਜੀਪੀਸੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੋਕ ਲਹਿਰ ਸਿਰਜਣ ਵਾਸਤੇ ਆਰੰਭੀ ਗਈ ਦਸਤਖਤ ਮੁਹਿੰਮ ਦੀ ਸ਼ਲਾਘਾ ਕੀਤੀ। ਬਾਪੂ ਸੂਰਤ ਸਿੰਘ ਨੇ ਵੀ ਪਰਫਾਰਮਾ ਭਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦੇ ਵਿੱਚ ਉਤਸ਼ਾਹ ਦੇ ਨਾਲ ਹਿੱਸਾ ਲੈਣ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਦੇ ਵੱਲੋਂ 23 ਨਵੰਬਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਆਰੰਭੀ ਗਈ ਖਾਲਸਾ ਵਹੀਰ ਲਗਾਤਾਰ ਚੱਲ ਰਹੀ ਹੈ, ਪੜਾਅ ਦਰ ਪੜਾਅ ਅੱਗੇ ਵਧ ਰਹੀ ਹੈ। ਅੰਮ੍ਰਿਤਪਾਲ ਸਿੰਘ ਦੇ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਅੰਮ੍ਰਿਤਪਾਨ ਕਰਨ ਦੀ ਅਪੀਲ ਕੀਤੀ ਗਈ ਹੈ। ਨਸ਼ਿਆਂ ਦੇ ਖਾਤਮੇ ਦੇ ਲਈ ਲੋਕਾਂ ਨੂੰ ਮਿਲ ਕੇ ਮੁਹਿੰਮ ਚਲਾਉਣ ਦੀ ਅਪੀਲ ਵੀ ਅੰਮ੍ਰਿਤਪਾਲ ਨੇ ਕੀਤੀ ਹੈ। ਖਾਲਸਾ ਵਹੀਰ ਦੌਰਾਨ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੰਮ੍ਰਿਤ ਦੀ ਦਾਤ ਲੈ ਚੁੱਕੀਆਂ ਨੇ। ਅੰਮ੍ਰਿਤ ਛਕਣ ਵਾਲੀ ਜਿਹੜੀ ਸੰਗਤ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਤੇ ਇੱਕ ਦਿਨ ਪਹਿਲਾਂ ਖਾਲਸਾ ਵਹੀਰ ਦਰਮਿਆਨ ਇੱਕ ਖਬਰ ਵੀ ਸਾਹਮਣੇ ਆਈ ਸੀ ਜਿੱਥੇ ਇੱਕ ਮਾਂ ਨੇ ਚਿੱਟੇ ਦੇ ਨਸ਼ੇ ਦੇ ਵਿੱਚ ਧੁੱਤ ਆਪਣੇ ਪੁੱਤ ਨੂੰ ਇਸ ਵਹੀਰ ਦੇ ਵਿੱਚ ਦਾਨ ਕਰ ਦਿੱਤਾ ਤਾਂ ਜੋ ਉਸ ਦਾ ਪੁੱਤ ਕੌਮ ਦੇ ਲੇਖੇ ਲੱਗ ਸਕੇ। ਨੌਜਵਾਨ ਪੁੱਤ ਹੈ ਜਿਹੜਾ ਉਹ 30 ਕਿੱਲਿਆਂ ਦਾ ਮਾਲਕ ਹੈ, 3 ਭੈਣਾਂ ਦਾ ਇਕਲੌਤਾ ਭਰਾ ਹੈ, ਪਰ ਚਿੱਟਾ ਉਸ ਦੀਆਂ ਨਾੜਾਂ ਦੇ ਵਿੱਚ ਵੜ ਗਿਆ ਹੈ ਤੇ ਮਾਂ ਚਾਹੁੰਦੀ ਹੈ ਕਿ ਉਸ ਦੇ ਪੁੱਤ ਦੀ ਜਾਨ ਬਚ ਜਾਵੇ ਤੇ ਕੌਮ ਦੇ ਲੇਖੇ ਲੱਗ ਜਾਵੇ। ਇਸ ਦਰਮਿਆਨ ਖਾਲਸਾ ਵਹੀਰ ਦੇ ਅਗਲੇ ਪੜਾਅ ਵੀ ਐਲਾਨ ਦਿੱਤੇ ਗਏ ਨੇ। ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਪੇਜ ਬਣਿਆ ਹੋਇਆ ਤੇ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਇੰਸਟਾਗ੍ਰam ਪੇਜ ਬਣਿਆ ਹੋਇਆ ਉਸ ਤੇ ਵਹੀਰ ਦੇ ਜਿਹੜੇ ਅਗਲੇ ਪੜਾਅ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਜਾਣਕਾਰੀ ਦੇ ਮੁਤਾਬਿਕ 14 ਦਸੰਬਰ ਨੂੰ ਫਗਵਾੜਾ ਦੇ ਵਿੱਚ ਵਹੀਰ ਦੇ ਪੜਾਅ ਤੋਂ ਬਾਅਦ 15 ਦਸੰਬਰ ਨੂੰ ਇਹ ਵਹੀਰ ਫਰਾਲਾ ਪਹੁੰਚੇਗੀ, 16 ਦਸੰਬਰ ਨੂੰ ਕਾਮਾ, 17 ਨੂੰ ਅਲਾਚੌਰ, 18 ਦਸੰਬਰ ਨੂੰ ਕੁੱਕੜ ਮਾਜਰਾ, 19 ਦਸੰਬਰ ਨੂੰ ਕਾਨਪੁਰ ਖੂਹੀ ਤੇ 20 ਦਸੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ। ਹੁਣ ਇਸ ਬਾਰੇ ਕੋਈ
ਜਾਣਕਾਰੀ ਨਹੀਂ ਮਿਲ ਸਕੀ ਕਿ 20 ਦਸੰਬਰ ਨੂੰ ਖਾਲਸਾ ਵਹੀਰ ਦੀ ਸਮਾਪਤੀ ਹੋ ਜਾਏਗੀ ਜਾਂ ਫਿਰ ਖਾਲਸਾ ਵਹੀਰ ਅਗਲੇ ਪੜਾਅ ਐਲਾਨੇਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 5 ਮੈਂਬਰੀ ਵਫਦ ਨੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਕਰੀਬ 3 ਘੰਟੇ ਬੈਠਕ ਕੀਤੀ। ਚੰਡੀਗੜ੍ਹ ਦੇ ਵਿੱਚ ਹੋਈ ਇਸ ਮੀਟਿੰਗ ਤੋਂ ਬਾਅਦ ਵੀ ਜਥੇਬੰਦੀ ਨੇ ਐਲਾਨੇ ਐਕਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਤੇ 13 ਦਸੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵੀ ਸੱਦ ਲਈ ਹੈ। 3 ਘੰਟੇ ਤੋਂ ਵੱਧ ਸਮਾਂ ਚੱਲੀ ਇਸ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਨੇ ਕਿਸਾਨੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਇਹ ਜਥੇਬੰਦੀ ਦੇ ਲੀਡਰਾਂ ਨੇ ਦਾਅਵਾ ਕੀਤਾ ਹੈ। ਕਿਹੜੀਆਂ ਮੰਗਾਂ ਨੇ? ਇਹਨਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਕਰਨ, 23 ਫਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਬਣਾਉਣ, ਬਿਜਲੀ ਵੰਡ ਰੂਲਸ 2022 ਨੂੰ ਰੱਦ ਕਰਨਾ, ਲਖੀਮਪੁਰ ਖੀਰੀ ਕਤਲकांड ਦੇ ਦੋਸ਼ੀਆਂ ਨੂੰ ਸਜ਼ਾ ਦੇਣਾ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮੁੱਦਿਆਂ ਉੱਤੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖਣਾ, ਦਿੱਲੀ ਮੋਰਚੇ ਦੇ ਸ਼ਹੀਦਾਂ ਦੇ 308 ਪਰਿਵਾਰ ਹਜੇ ਰਹਿੰਦੇ ਨੇ, ਉਹਨਾਂ ਨੂੰ ਛੇਤੀ ਨੌਕਰੀ ਦਿੱਤੀ ਜਾਊਗੀ। ਦਿੱਲੀ ਮੋਰਚੇ ਦੇ ਸ਼ਹੀਦਾਂ ਦੇ 308 ਪਰਿਵਾਰ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਛੇਤੀ ਨੌਕਰੀ ਦਿੱਤੇ ਜਾਣ ਦੀ ਮੰਗ ਵੀ ਕਹਿੰਦੇ ਸਰਕਾਰ ਨੇ ਮੰਨ ਲਈ ਹੈ। ਤੇ ਮੀਟਿੰਗ ਦਰਮਿਆਨ ਵੀ ਕਿਸਾਨਾਂ ਦੇ ਰੋਸ ਮੁਜ਼ਾਹਰੇ ਜਾਰੀ ਰਹੇ। ਪੂਰੇ ਪੰਜਾਬ ਦੇ ਵਿੱਚ 9 ਡੀਸੀ ਦਫ਼ਤਰਾਂ ਦੇ ਮੇਨ ਗੇਟ ਬੰਦ ਕੀਤੇ ਗਏ। 12 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਮੰਤਰੀਆਂ ਵਿਧਾਇਕਾਂ ਦੇ ਘਰਾਂ ਮੂਹਰੇ ਵਿਸ਼ਾਲ ਧਰਨੇ ਵੀ ਦਿੱਤੇ ਜਾਣਗੇ। ਪ੍ਰੋਗਰਾਮ ਉਸੇ ਤਰ੍ਹਾਂ ਰਹਿਣਗੇ ਤੇ 15 ਦਸੰਬਰ ਤੋਂ 15 ਜਨਵਰੀ ਤੱਕ ਟੋਲ ਪਲਾਜ਼ਾ ਫ੍ਰੀ ਕਰਨ ਦੇ ਐਲਾਨੇ ਐਕਸ਼ਨ ਵੀ ਜਾਰੀ ਰਹਿਣਗੇ। ਰੂਪਨਗਰ ਪੁਲਿਸ ਨੇ ਪਿਛਲੇ ਦਿਨੀ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤੇ ਗੈਂਗਸਟਰ ਭਾਰਤ ਭੂਸ਼ਣ ਉਰਫ ਪੰਮੀ ਦੀ ਨਿਸ਼ਾਨਦੇਹੀ ਤੇ ਮੱਧ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚੋਂ 20 ਪਿਸਤੌਲ ਤੇ 40 ਮੈਗਜ਼ੀਨ ਬਰਾਮਦ ਕੀਤੇ ਨੇ, ਜਦਕਿ ਮੁਲਜ਼ਮ ਦੀਪਕ ਸਿੰਘ ਉਰਫ ਪ੍ਰਿੰਸ ਉਰਫ ਮਨੋਜ ਹੈ ਜਿਹੜਾ ਉਹ ਪੁਲਿਸ ਦੇ ਕਾਬੂ ਨਹੀਂ ਆ ਸਕਿਆ। ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਵੱਲੋਂ ਮੱਧ ਪ੍ਰਦੇਸ਼ ਵਿਚਲੇ ਨਾਜਾਇਜ਼ ਹਥਿਆਰਾਂ ਦੇ ਅੰਤਰਰਾਜੀ ਗੈਂਗ ਦੇ ਵਿਰੁੱਧ ਇਹ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 2 ਦਸੰਬਰ ਨੂੰ ਥਾਣਾ ਰੂਪਨਗਰ ਵਿੱਚ ਅਮਰੀਕਾ 'ਚ ਰਹਿਣ ਵਾਲੇ ਗੈਂਗਸਟਰ ਪਵਿੱਤਰ ਸਿੰਘ ਦੇ ਸਾਥੀ ਭਾਰਤ ਭੂਸ਼ਣ ਪੰਮੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ 4 ਪਿਸਟਲ ਤੇ 34 ਕਾਰਤੂਸ ਵੀ ਬਰਾਮਦ ਕੀਤੇ ਸਨ। ਉਸ ਤੋਂ ਫਿਰ ਪਤਾ ਲੱਗਿਆ ਕਿ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਉਂਦੇ ਸਨ, ਪੰਜਾਬ ਲਿਆ ਕੇ ਸਪਲਾਈ ਕਰਦੇ ਸਨ, ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਧਾਰ ਥਾਣਾ ਗੰਦਵਾਨੀ ਦੇ ਪਿੰਡ ਖੜਕੀ ਬਾਰੀਆ ਦੇ ਜੰਗਲ 'ਚ ਬਣਾਏ ਟਿਕਾਣੇ ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ 20 ਪਿਸਤੌਲ 30-32 ਬੋਰ ਸਮੇਤ 40 ਮੈਗਜ਼ੀਨ ਬਰਾਮਦ ਹੋਏ ਨੇ। ਮੁਲਜ਼ਮ ਦੀਪਕ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਮੱਧ ਪ੍ਰਦੇਸ਼ ਦੇ ਵਿੱਚ ਛਾਪੇਮਾਰੀ ਕਰ ਰਹੀਆਂ ਨੇ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਈ ਖੁਲਾਸੇ ਹੋਣ ਦੀ ਵੀ ਪੁਲਿਸ ਨੂੰ ਉਮੀਦ ਹੈ। ਉਧਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਬਿਸ਼ਨੋਈ ਐਨਆਈਏ ਦੀ ਰਿਮਾਂਡ ਉੱਤੇ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਤੋਂ ਗੁੱਸੇ ਵਿੱਚ ਨੇ, ਕਿਉਂਕਿ ਇੱਕ ਦਿਨ ਪਹਿਲਾਂ ਜਦੋਂ ਉਹਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਹਰਮੰਦਰ ਜੀ ਦੀ ਨਵੀਂ ਜਿਹੜੀ ਪ੍ਰਬੰਧਕੀ ਕਮੇਟੀ ਆਪ ਹੀ ਬਣਾ ਲਈ ਗਈ ਹੈ, ਉੱਥੋਂ ਦੇ ਕੁਝ ਮੈਂਬਰਾਂ ਦੇ ਵੱਲੋਂ ਉਸ ਬਾਰੇ ਜੋ ਫੈਸਲੇ ਸੁਣਾਏ ਗਏ ਸੀ ਉਸ ਨੂੰ ਮੰਨਣ ਤੋਂ ਕੁਝ ਲੋਕ ਇਨਕਾਰੀ ਹੋ ਰਹੇ ਨੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹੁੱਲੜਬਾਜ਼ ਉੱਥੇ ਕੱਲ ਤੋਂ ਹੀ ਹੁੱਲੜਬਾਜ਼ੀ ਕਰ ਰਹੇ ਨੇ, ਉੱਥੇ ਗੜਬੜ ਪੈਦਾ ਕਰ ਰਹੇ ਨੇ। ਪਟਨਾ ਸਾਹਿਬ ਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹੀਏ ਕਰਾਰ ਦਿੱਤੇ ਇੱਕ ਵਿਅਕਤੀ ਨੂੰ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੇ ਵੱਲੋਂ ਬਿਹਾਰ ਪ੍ਰਸ਼ਾਸਨ ਨੂੰ ਤੇ ਬਿਹਾਰ ਦੀ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਵੀ ਦੇ ਚੁੱਕੇ ਹਾਂ ਕਿ ਇਹ ਗੜਬੜ ਨਾ ਹੋਣ ਦਿੱਤੀ ਜਾਵੇ, ਪਰ ਸਰਕਾਰ ਜਾਂ ਪ੍ਰਸ਼ਾਸਨ ਕਹਿੰਦੇ ਲੱਗਦਾ ਸੁੱਤੀ ਪਈ ਹੈ, ਕੋਈ ਇੱਥੇ ਧਿਆਨ ਨਹੀਂ ਜਾ ਰਿਹਾ। ਜਥੇਦਾਰ ਨੇ ਸਰਕਾਰ ਤੇ ਜਾਣਬੁੱਝ ਕੇ ਅਜਿਹਾ ਰਵੱਈਆ ਅਪਣਾਉਣ ਦੇ ਦੋਸ਼ ਲਾਏ ਨੇ। ਕਹਿੰਦੇ ਸਰਕਾਰ ਲੱਗਦਾ ਚਾਹੁੰਦੀ ਹੈ ਕਿ ਸਿੱਖਾਂ ਦੇ ਵਿੱਚ ਟਕਰਾਅ ਹੋਵੇ ਅਤੇ ਧਾਰਮਿਕ ਅਸਥਾਨਾਂ ਤੇ ਖੂਨ ਖਰਾਬਾ ਹੋਏ। ਅਜਿਹੇ ਹਾਲਾਤਾਂ ਦੇ ਦਰਮਿਆਨ ਜਥੇਦਾਰ ਨੇ ਚੇਤਾਵਨੀ ਦਿੱਤੀ ਹੈ ਸਖਤ ਸ਼ਬਦਾਂ ਦੇ ਵਿੱਚ ਕਿ ਜੇ ਸਰਕਾਰ ਨੇ ਹੁੱਲੜਬਾਜ਼ਾਂ ਨੂੰ ਕਾਬੂ ਨਾ ਕੀਤਾ ਤਾਂ ਇਹਦੇ ਲਈ ਸਰਕਾਰ ਜ਼ਿੰਮੇਦਾਰ ਹੋਏਗੀ। ਜੇ ਤਨਖਾਹੀਆ ਵਿਅਕਤੀ ਤਖਤ ਸਾਹਿਬ ਦੇ ਉੱਤੇ ਜਾ ਕੇ ਸੇਵਾ ਨਿਭਾਉਂਦਾ ਹੈ ਤਾਂ ਪੰਜਾਬ ਸਮੇਤ ਹੋਰ ਸੂਬਿਆਂ ਦੀ ਸੰਗਤ ਪਟਨਾ ਸਾਹਿਬ ਵਿਖੇ ਪਹੁੰਚੇਗੀ। ਉਸ ਤੋਂ ਬਾਅਦ ਜਿਹੜੇ ਹਾਲਾਤ ਬਣਨਗੇ ਉਹਦੇ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਦਾਰ ਹੋਣਗੇ, ਬਿਹਾਰ ਦੀ ਸਰਕਾਰ, ਬਿਹਾਰ ਦਾ ਪ੍ਰਸ਼ਾਸਨ। ਤੇ ਜੇ ਇਸ ਦਰਮਿਆਨ ਕੋਈ ਖੂਨ ਖਰਾਬਾ ਹੁੰਦਾ ਹੈ, ਜਾਨੀ ਨੁਕਸਾਨ ਹੁੰਦਾ ਹੈ, ਤਾਂ ਵੀ ਸਰਕਾਰ ਤੇ ਪ੍ਰਸ਼ਾਸਨ ਹੀ ਜ਼ਿੰਮੇਦਾਰ ਹੋਣਗੇ। ਦਰਅਸਲ ਜਥੇਦਾਰ ਨੇ ਇੱਕ ਦਿਨ ਪਹਿਲਾਂ ਜਿਹੜੇ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੈ ਅਤੇ ਹੋਰ ਨੇ ਜਿਹੜੇ ਕੁਝ 2-3 ਮੈਂਬਰ ਨੇ ਜਿਹੜੇ ਕਮੇਟੀ ਦੇ ਜਿਨ੍ਹਾਂ ਨੇ ਇਕਬਾਲ ਸਿੰਘ ਨੂੰ ਤਖਤ ਸਾਹਿਬ ਦੇ ਮੁੜ ਤੋਂ ਜਥੇਦਾਰ ਥਾਪਣ ਦੀ ਗਲਤੀ ਕੀਤੀ ਸੀ, ਉਹਨਾਂ ਨੂੰ ਵੀ ਧਾਰਮਿਕ ਸਜ਼ਾਵਾਂ ਲਾਈਆਂ ਗਈਆਂ ਨੇ। ਇਸ ਦੇ ਨਾਲ ਹੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਵੀ ਕੰਪਲੈਕਸ ਦੇ ਵਿੱਚੋਂ ਬਾਹਰ ਜਾਣ ਦਾ ਹੁਕਮ ਸੁਣਾਇਆ ਗਿਆ ਹੈ ਤੇ ਫਿਰ ਵੀ ਕੁਝ ਲੋਕ ਸ਼ਾਇਦ ਇਕਬਾਲ ਸਿੰਘ ਨੂੰ ਮੁੜ ਤੋਂ ਪਟਨਾ ਸਾਹਿਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਦਰਮਿਆਨ ਜਥੇਦਾਰ ਨੇ ਇਹ ਤਿੱਖਾ ਬਿਆਨ ਜਾਰੀ ਕੀਤਾ ਹੈ। ਇਸ ਲਈ ਅਸੀਂ ਬਿਹਾਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਹੁੱਲੜਬਾਜ਼ਾਂ ਦੀ ਜਿਹੜੀ ਕਾਰਵਾਈ ਉਹਨੂੰ ਤੁਰੰਤ ਰੋਕਿਆ ਜਾਏ ਔਰ ਜੇ ਇੱਕ ਤਨਖਾਹੀਆ ਵਿਅਕਤੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਅੰਦਰ ਪ੍ਰਵੇਸ਼ ਕਰਕੇ ਤੇ ਧਾਰਮਿਕ ਮਰਿਆਦਾ ਨਿਭਾਉਂਦਾ ਹੈ ਰੋਕ ਲੱਗੀ ਹੋਣ ਦੇ ਬਾਵਜੂਦ, ਤਾਂ ਪੰਜਾਬ ਦੇ ਜਾਂ ਭਾਰਤ ਦੇ ਹੋਰ ਸੂਬਿਆਂ ਤੋਂ ਸਿੱਖ ਜਿਹੜੇ ਆ ਉਹ ਮਜਬੂਰ ਹੋਣਗੇ ਪਟਨਾ ਸਾਹਿਬ ਪਹੁੰਚਣ ਵਾਸਤੇ।
ਜੇ ਹਾਲਾਤ ਖਰਾਬ ਹੁੰਦੇ ਆ ਉੱਥੇ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਹੈ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੇਵਲ ਤੇ ਕੇਵਲ ਬਿਹਾਰ ਸਰਕਾਰ ਦੀ ਤੇ ਪਟਨਾ ਸਾਹਿਬ ਦੇ ਪ੍ਰਸ਼ਾਸਨ ਦੀ ਹੋਏਗੀ। ਅਸੀਂ ਫਿਰ ਕਹਿ ਰਹੇ ਹਾਂ ਕਿ ਜੇ ਪਟਨਾ ਸਾਹਿਬ ਦੇ ਵਿੱਚ ਹਾਲਾਤ ਖਰਾਬ ਹੁੰਦੇ ਆ ਉੱਥੇ ਧਾਰਮਿਕ ਮਰਿਆਦਾ ਦੇ ਵਿੱਚ ਹੁੱਲੜਬਾਜ਼ਾਂ ਵੱਲੋਂ ਵਿਘਨ ਪਾਉਣ ਦਾ ਯਤਨ ਕੀਤਾ ਜਾਂਦਾ ਹੈ, ਇੱਕ ਤਨਖਾਹੀਏ ਬੰਦੇ ਨੂੰ ਅੰਦਰ ਪ੍ਰਵੇਸ਼ ਕਰਾਉਣ ਦੀ ਜ਼ਬਰਦਸਤੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਪੰਜਾਬ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਪਟਨਾ ਸਾਹਿਬ ਪਹੁੰਚਣ ਦੇ ਲਈ ਤਿਆਰ ਹੋਣਗੀਆਂ ਤੇ ਫਿਰ ਜੇ ਉੱਥੇ ਹਾਲਾਤ ਖਰਾਬ ਹੁੰਦੇ ਆ ਤੇ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਏਗੀ। ਹਾਦਸਿਆਂ ਤੇ ਘਟਨਾਵਾਂ ਦੀਆਂ ਅਪਡੇਟਸ ਸਭ ਤੋਂ ਪਹਿਲਾਂ ਮੁਕਤਸਰ ਸਾਹਿਬ ਦੇ ਮਲੋਟ ਤੋਂ ਖਬਰ ਹੈ, ਜਿੱਥੇ ਪਿੰਡ ਕਿੰਗਰਾ ਤੋਂ ਘੁਮਿਆਰਾ ਰੋਡ ਤੇ ਅਮਰੂਦਾਂ ਦੇ ਬਾਗ ਦੇ ਵਿੱਚ ਸੁੱਤੇ ਪਏ ਠੇਕੇਦਾਰ ਦਾ ਕਤਲ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਦੇ ਨਾਲ ਸੰਬੰਧਿਤ ਕਰੀਬ 60-65 ਸਾਲਾਂ ਦੇ ਹਰਜਿੰਦਰ ਸਿੰਘ ਦਾ ਕਤਲ ਕੀਤਾ ਹੈ। ਰਾਤ ਨੂੰ ਸੁੱਤੇ ਪਏ ਦਾ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਡੀਐਸਪੀ ਮਲੋਟ ਬਲਕਾਰ ਸਿੰਘ ਸੰਧੂ ਸਮੇਤ ਹੋਰ ਪੁਲਿਸ ਟੀਮ ਹੈ ਜਿਹੜੀ ਉਹ ਮੌਕੇ ਤੇ ਪਹੁੰਚੀ। ਪੁਲਿਸ ਨੇ ਦੱਸਿਆ ਕਿ ਠੇਕੇਦਾਰ ਹਰਜਿੰਦਰ ਸਿੰਘ ਖੇਤ ਵਿੱਚ ਹੀ ਸੜਕ ਤੋਂ ਹਟਵੇਂ ਕੋਠੇ ਦੇ ਵਿੱਚ ਰਹਿੰਦਾ ਸੀ, ਜਿੱਥੇ ਉਸ ਨੂੰ ਕਤਲ ਕੀਤਾ ਗਿਆ ਹੈ। ਦਿਨ ਚੜ੍ਹਦੇ ਨਾਲ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਮੌਕੇ ਤੇ ਪਹੁੰਚੀ। ਅਗਲੀ ਖਬਰ ਵੀ ਮੁਕਤਸਰ ਸਾਹਿਬ ਤੋਂ ਹੈ, ਜਿੱਥੇ ਜਲਾਲਾਬਾਦ ਰੋਡ ਤੇ ਬੁੱਧਵਾਰ ਸਵੇਰੇ ਵਾਪਰੇ ਸੜਕ ਹਾਦਸੇ ਦੇ ਵਿੱਚ ਪਿੰਡ ਕਬਰਵਾਲਾ ਦੇ 2 ਸਕੇ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ, ਜਦਕਿ ਛੋਟਾ ਭਰਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ। ਤਿੰਨੇ ਭੈਣ ਭਰਾ ਮੁਕਤਸਰ ਦੀ ਅਕਾਲ ਅਕੈਡਮੀ ਦੇ ਵਿੱਚ ਪੜ੍ਹਦੇ ਸਨ, ਮੋਟਰਸਾਈਕਲ ਤੇ ਸਕੂਲ ਨੂੰ ਜਾ ਰਹੇ ਸਨ। ਜਲਾਲਾਬਾਦ ਰੋਡ ਤੇ ਯਾਦਗਾਰੀ ਫਾਟਕ ਨੇੜੇ ਪਹੁੰਚੇ ਤਾਂ ਟਰੱਕ ਨੇ ਉਹਨਾਂ ਨੂੰ ਓਵਰਟੇਕ ਕਰ ਲਿਆ ਤੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸੰਤੁਲਨ ਗੁਆ ਬੈਠਾ ਤੇ ਤਿੰਨੇ ਬੱਚੇ ਡਿੱਗ ਪਏ। ਤਿੰਨਾਂ ਨੂੰ ਹਸਪਤਾਲ ਤਾਂ ਲਿਜਾਇਆ ਗਿਆ, ਪਰ 2 ਬੱਚੇ ਦਮ ਤੋੜ ਗਏ ਅਤੇ ਤੀਸਰਾ ਬੱਚਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਛੋਟੀ ਭੈਣ 12 ਸਾਲ ਦੀ ਪ੍ਰਭਜੋਤ ਕੌਰ ਤੇ 15 ਸਾਲ ਦਾ ਗੁਰਸੇਵਕ ਸਿੰਘ, ਇਹ ਦੋਨੇ ਮਾਰੇ ਗਏ ਨੇ, ਜਦਕਿ 8 ਸਾਲ ਦਾ ਭਰਾ ਨਵਤੇਜ ਸਿੰਘ ਜ਼ਖਮੀ ਹਾਲਤ ਵਿੱਚ ਹੈ। ਮੱਧ ਪ੍ਰਦੇਸ਼ ਤੋਂ ਖਬਰ ਹੈ, ਘਿਨਾਉਣੀ ਹਰਕਤ ਕੀਤੀ ਗਈ ਹੈ, ਜਿੱਥੇ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਪੈਸੇ ਚੋਰੀ ਕਰਨ ਦੇ ਸ਼ੱਕ ਵਿੱਚ ਹੋਸਟਲ ਦੇ ਸੁਪਰਡੈਂਟ ਨੇ ਕਥਿਤ ਤੌਰ ਤੇ ਜੁੱਤੀਆਂ ਦਾ ਹਾਰ ਪਾ ਕੇ ਉਸ ਤੋਂ ਪਰੇਡ ਕਰਵਾਈ ਹੈ। ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਨੇ। ਇਹ ਘਟਨਾ ਪਿਛਲੇ ਹਫ਼ਤੇ ਦਮਜੀਪੁਰਾ ਪਿੰਡ ਦੇ ਸਰਕਾਰੀ ਆਦੀਵਾਸੀ ਕੁੜੀਆਂ ਦੇ ਹੋਸਟਲ ਦੀ ਹੈ। ਲੜਕੀ ਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਜ਼ਿਲ੍ਹਾ ਕਲੈਕਟਰ ਅਮਨਵੀਰ ਸਿੰਘ ਬੈਂਸ ਦੇ ਦਫ਼ਤਰ ਵਿੱਚੋਂ ਗਏ। ਸ਼ਿਕਾਇਤ ਸੁਣਨ ਤੋਂ ਬਾਅਦ ਬੈਂਸ ਨੇ ਕਿਹਾ ਕਿ ਜਾਂਚ ਦੇ ਹੁਕਮ ਦਿੱਤੇ ਗਏ ਨੇ, ਕਾਰਵਾਈ ਕੀਤੀ ਜਾਊਗੀ। ਮਾਪਿਆਂ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਨੂੰ ਚੁੜੈਲ ਬਣਾਉਣ ਦੇ ਲਈ ਮੇਕਅਪ ਕੀਤਾ ਗਿਆ ਤੇ ਇੱਕ ਹੋਰ ਲੜਕੀ ਦੇ 400 ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਹੋਸਟਲ ਕੈਂਪਸ ਦੇ ਵਿੱਚ ਜੁੱਤੀਆਂ ਦੇ ਹਾਰ ਪਾ ਕੇ ਉਸ ਤੋਂ ਪਰੇਡ ਕਰਵਾਈ ਗਈ। ਪੰਜਾਬ ਦੀਆਂ ਖਾਸ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸ਼ਾਮ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।